ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ। ਤੀਬਰ ਰੋਗ ਸਾਡੇ ਦੁਸ਼ਮਣ ਨਹੀਂ, ਦੋਸਤ। ਇਸ ਲੜੀ ਤਹਿਤ ਆਪਣਾ ਡਾਕਟਰ ਆਪ ਬਣੋ ਦੀ ਜਿਹੜੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਉਸ ਨੂੰ ਅੱਗੇ ਵਧਾਵਾਂਗੇ। ਤੇ ਅੱਜ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤੀਬਰ ਰੋਗ, ਜਿਸ ਤਰ੍ਹਾਂ ਅਸੀਂ ਪਹਿਲਾਂ ਜਾਣਿਆ ਹੈਗਾ ਕਿ ਤੀਬਰ ਰੋਗ ਕਿਉਂ ਆਉਂਦੇ ਨੇ, ਕੀ ਉਹਦੇ ਕਾਰਨ ਹੁੰਦੇ ਨੇ, ਅਸੀਂ ਕੀ ਕਰ ਬੈਠਦੇ ਹਾਂ, ਉਹਦੇ 'ਚ ਕਿਹੜੀਆਂ ਦਵਾਈਆਂ ਲੈ ਲੈਂਦੇ ਹਾਂ, ਕਿੱਦਾਂ ਅਸੀਂ ਸਾਡੇ ਦਵਾਈਆਂ ਜਿਹੜੀਆਂ ਨੇ ਸਾਨੂੰ ਖਰਾਬ ਕਰਦੀਆਂ ਨੇ, ਕਿਹੜੇ ਰੋਗ ਜਿਹੜੇ ਅੱਗੇ ਚੱਲ ਕੇ ਉਹ ਵੱਧ ਕੇ ਕੁਛ ਹੋਰ ਵਿਕਰਾਲ ਰੂਪ ਧਾਰਨ ਕਰ ਜਾਂਦੇ ਨੇ। ਤੇ ਅੱਜ ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਤੋਂ ਜਾਣਦੇ ਹਾਂ ਕਿ ਤੀਬਰ ਰੋਗ ਜਦੋਂ ਹੋਣ ਤੇ ਸਾਨੂੰ ਅਸਲ ਵਿੱਚ ਕੀ ਕਰਨਾ ਚਾਹੀਦਾ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤੋਂ। ਡਾਕਟਰ ਸਾਹਿਬ, ਤੀਬਰ ਰੋਗਾਂ ਦੇ ਵਿੱਚ ਘਰੇਲੂ ਟੋਟਕੇ ਵੀ ਬੜੇ ਪਹਿਲਾਂ ਪ੍ਰਚਲਿਤ ਸੀਗੇ ਤੇ ਤੁਹਾਡੇ ਨਾਲ ਵੀ ਮੈਂ ਬਹੁਤ ਸਾਰੇ ਵੀਡੀਓਜ਼ ਦੇ ਵਿੱਚ ਪਹਿਲਾਂ ਵੀ ਗੱਲਬਾਤ ਕੀਤੀ। ਆਪਾਂ ਥੋੜ੍ਹੇ ਚੰਕ ਜਿਹੜੇ ਆ ਪਬਲਿਕ ਨੂੰ ਜਿਹੜੇ ਆ ਉਹ ਪਹੁੰਚਾਉਂਦੇ ਰਹੇ ਹਾਂ। ਲੇਕਿਨ ਮੈਂ ਚਾਹੁੰਦਾ ਵੀ ਅੱਜ ਆਪਾਂ ਪਬਲਿਕ ਤੱਕ ਉਹ ਸਹੀ ਇੱਕ ਲੜੀਵਾਰ ਇੱਕ ਜਾਣਕਾਰੀ ਦਈਏ ਤਾਂ ਕਿ ਜੇਕਰ ਕੋਈ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਵੀਡੀਓ ਚੱਕੇ, ਵੀਡੀਓ ਨੂੰ ਖੋਲ੍ਹੇ ਅਤੇ ਉਹਦੇ ਵਿੱਚ ਉਹਨੂੰ ਇੱਕੋ ਵਾਰ ਦੇ ਵਿੱਚ ਸਾਰੀ ਜਾਣਕਾਰੀ ਮਿਲ ਜਾਵੇ। ਤੀਬਰ ਰੋਗ ਜਦੋਂ ਹੁੰਦਾ ਹੈ ਇਨਸਾਨ ਨੂੰ ਤਾਂ ਆਪਾਂ ਨੇ ਦੱਸਤਾ ਵੀ ਇਹਦੇ 'ਚ ਆਹ ਕੁਛ ਹੁੰਦਾ ਅਤੇ ਕਰਨਾ ਕੀ ਚਾਹੀਦਾ ਫਿਰ ਆਪਾਂ ਨੂੰ। ਕੁਲਵੰਤ ਜੀ, ਪਹਿਲਾਂ ਤਾਂ ਜਦ ਕੁਛ ਆਪਾਂ ਨੇ ਪਿਛਲੇ 3-4 ਐਪੀਸੋਡ ਦੇ ਅੰਦਰ ਗੱਲ ਕੀਤੀ ਹੈ, ਮੇਰੇ ਖਿਆਲ 'ਚ ਆਪਾਂ ਉਹਦੀ ਸਮਰੀ ਜੀ ਕਰ ਦਈਏ ਤਾਂ ਕਿ ਉੱਥੋਂ ਫਿਰ ਅੱਗੇ ਲੜੀ ਜੁੜ ਜਾਏਗੀ ਕਿ ਕਰਨਾ ਕੀ ਹੈ। ਇੱਕ ਗੱਲ ਆਪਾਂ ਨੂੰ ਬਹੁਤ ਸਪਸ਼ਟ ਸਮਝ ਲੈਣੀ ਚਾਹੀਦੀ ਹੈ ਕਿ ਮਨੁੱਖ ਜਿਹੜਾ ਹੈ ਜਾਂ ਮੈਂ ਕੋਈ ਆਸੇ ਪਾਸੇ ਨੂੰ ਟੁੱਟੀ ਹੋਈ ਚੀਜ਼ ਨਹੀਂ ਹਾਂ। ਮੈਂ ਆਪਣੇ ਆਲੇ ਦੁਆਲੇ ਦਾ, ਆਪਣੇ ਆਲੇ ਦੁਆਲੇ ਵਿਚਰੇ ਵਾਤਾਵਰਨ ਦਾ, ਚਾਹੇ ਉਹ ਵਾਤਾਵਰਨ ਜਿਹੜਾ ਹੈ ਨੋਨ ਲਿਵਿੰਗ ਚੀਜ਼ਾਂ ਦਾ ਜਾਂ ਲਿਵਿੰਗ ਚੀਜ਼ਾਂ ਦਾ, ਪ੍ਰਾਣੀਆਂ 'ਚੋਂ ਅੱਗੇ ਸੂਖਸ਼ਮ ਜੀਵ ਨੇ, ਪ੍ਰਾਣੀਆਂ 'ਚ ਅੱਗੇ ਵੱਡੇ ਜੀਵ ਨੇ, ਪ੍ਰਾਣੀ 'ਚ ਹੋਰ ਮਨੁੱਖ ਨੇ, ਪੇੜ ਪੌਦੇ ਨੇ, ਹਵਾ ਹੈ, ਪਾਣੀ ਹੈ, ਮਿੱਟੀ ਹੈ, ਸਾਰਾ ਕੁਛ ਸਾਡੇ ਆਲੇ ਦੁਆਲੇ ਹੈ। ਉਹਦਾ ਇੱਕ ਸਮੂਹ 'ਚ ਵਿਚਰਦਾ ਮੈਂ ਆਪਣੀ ਟੋਟਲ ਇਕੋਲੋਜੀ, ਇਹਨੂੰ ਅੰਗਰੇਜ਼ੀ 'ਚ ਕਹਿੰਦੇ ਇਕੋਲੋਜੀ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੇ ਆਲੇ ਦੁਆਲੇ ਨਾਲ ਕਿੱਦਾਂ ਲਗਾਤਾਰ ਲੈਣ ਦੇਣ ਹੋ ਰਿਹਾ ਤੁਹਾਡਾ। ਅਸੀਂ ਕੋਈ ਕਿਸੇ ਖਲਾਅ 'ਚ ਨਹੀਂ ਹੁੰਦਾ, ਅਸੀਂ ਕੋਈ ਖਲਾਅ 'ਚ ਨਹੀਂ ਜਿਉਂਦੇ। ਅਸੀਂ ਇੱਕ ਖਾਸ ਕਿਸਮ ਦੇ ਮਾਹੌਲ 'ਚ, ਖਾਸ ਕਿਸਮ ਦੇ ਵਾਤਾਵਰਨ 'ਚ, ਖਾਸ ਕਿਸਮ ਦੇ ਜੀਵਾਂ ਦੇ ਸੰਪਰਕ 'ਚ ਹਾਂ ਅਤੇ ਅਸੀਂ ਟੋਟੈਲਿਟੀ ਦਾ ਹਿੱਸਾ। ਇੱਕ ਟੋਟੈਲਿਟੀ ਲਫ਼ਜ਼ ਹੈ, ਅੰਗਰੇਜ਼ੀ ਦਾ ਬੜਾ ਸੋਹਣਾ ਲਫ਼ਜ਼ ਹੈ ਕਿ ਇੱਕ ਟੋਟੈਲਿਟੀ ਹੈ ਸਾਡੇ ਆਲੇ ਦੁਆਲੇ। ਉਹ ਕਾਸਮਿਕ ਊਰਜਾ ਤੋਂ ਲੈ ਕੇ, ਡਿਵਾਈਨ ਊਰਜਾ ਤੋਂ ਲੈ ਕੇ, ਕੁਆਂਟਮ ਊਰਜਾ ਤੋਂ ਲੈ ਕੇ, ਸੂਰਜ ਤੋਂ ਲੈ ਕੇ, ਗ੍ਰਹਿਆਂ ਤੋਂ ਲੈ ਕੇ, ਧਰਤੀ ਦੇ ਉੱਪਰ ਜਿਹੜੀ ਪਸਰੀ ਹੋਈ ਸਾਰੀ ਕੁਦਰਤ ਹੈ, ਉਹਦੇ ਜੋ ਤਿੰਨ ਕੰਪੋਨੈਂਟ ਨੇ, ਪਲਾਂਟ ਕਿੰਗਡਮ ਹੈ, ਐਨੀਮਲ ਕਿੰਗਡਮ ਹੈ ਔਰ ਮਨੁੱਖ ਦਾ ਸਮਾਜ ਹੈ। ਇਹ ਸਾਰੇ ਦਾ ਕਣ ਅਸੀਂ ਇੱਕ ਟੋਟਲ ਦਾ। ਤਾਂ ਉਹਦੇ ਵਿੱਚ ਅੰਦਰ ਜੋ ਕੁਛ ਅਸੀਂ ਲੈਣ ਦੇਣ ਕਰਦੇ ਰਹਿੰਦੇ ਹਾਂ, ਉਹਦੇ ਜਿਹੜੇ ਤੀਬਰ ਰੋਗ ਹੁੰਦੇ ਆ, ਤੀਬਰ ਰੋਗ ਉਹਦੇ 'ਚੋਂ ਅਕਸਰ ਜਿਹੜੇ ਵਾਇਰਸਿਸ ਅਤੇ ਬੈਕਟੀਰੀਆ ਹੁੰਦੇ ਆ ਜਾਂ ਹੋਰ ਜਿਹੜੇ ਸੂਖਸ਼ਮ ਜੀਵ ਨੇ, ਉਹਨਾਂ ਨਾਲ ਜਦੋਂ ਸਾਡੇ ਸਰੀਰ 'ਚ ਆਉਂਦੇ ਜਾਂਦੇ ਰਹਿੰਦੇ ਆ ਉਹ, ਤਾਂ ਉਦੋਂ ਸਾਡਾ ਸਰੀਰ ਕਿਵੇਂ ਰਿਐਕਟ ਕਰਦਾ ਉਹਨੂੰ, ਤਾਂ ਉਹ ਇੱਕ ਖਾਸ ਕਿਸਮ ਦਾ ਤਰੀਕਾ ਹੈ ਨੇਚਰ ਦਾ ਕਿ ਕਿਸੇ ਜੀਵ ਨੂੰ ਉਹ ਕਿਵੇਂ ਤਿਆਰ ਕਰਦੀ ਹੈ ਆਪਣੇ ਆਲੇ ਦੁਆਲੇ ਨਾਲ ਸਕਸੈਸਫੁਲੀ, ਕਾਮਯਾਬੀ ਨਾਲ ਵਿਚਰਨ 'ਚ, ਜਿਉਣ 'ਚ। ਜਿਹੜੀ ਉਹਦੀ ਜੀਵਨ ਦੀ ਜਿਹੜੀ ਪ੍ਰਕਿਰਿਆ, ਜੀਵਨ ਦਾ ਉਹਦਾ ਜੋ ਉਮਰ ਉਹਦੀ ਕੁਦਰਤ ਨੇ ਇੱਕ ਫਿਕਸ ਕੀਤੀ ਹੋਈ। ਹਰ ਜੀਵ ਦੀ ਆਪਣੀ ਉਮਰ ਹੁੰਦੀ ਹੈ, ਹਰ ਜੀਵ ਦੀ ਆਪਣੀ ਇੱਕ ਉਮਰ ਹੁੰਦੀ ਹੈ। ਉਸ ਉਮਰ ਦੇ ਹਿਸਾਬ ਨਾਲ ਉਹਦਾ ਜਿਹੜਾ ਅੰਦਰਲਾ ਸਿਸਟਮ ਹੈ ਬਣਿਆ ਹੁੰਦਾ, ਅਤੇ ਉਸ ਸਿਸਟਮ ਦੇ ਹਿਸਾਬ ਨਾਲ ਕੁਦਰਤ ਨੂੰ ਫਿਰ ਉਹਦੇ ਹਾਣ ਦਾ ਕਰਦੀ ਹੈ, ਆਪਣੇ ਆਲੇ ਦੁਆਲੇ ਦੇ ਹਾਣ ਦਾ ਕਰਦੀ ਹੈ। ਜੇ ਗਰਮੀ ਹੈ ਤਾਂ ਗਰਮੀ ਦੇ ਹਾਣ ਦਾ ਕਰਨਾ ਉਹਨੇ, ਜੇ ਸਰਦੀ ਹੈ ਤਾਂ ਸਰਦੀ ਦੇ ਹਾਣ ਦਾ ਕਰਨਾ, ਜੇ ਧੁੱਪ 'ਚ ਬੈਠੇ ਹੋ ਧੁੱਪ ਦੇ ਹਾਣ ਦਾ ਕਰਨਾ, ਛਾਂ 'ਚ ਬੈਠੇ ਹੋ ਛਾਂ 'ਚ ਬੈਠੇ ਦੇ ਹਾਣ ਦਾ ਕਰਨਾ। ਤਾਂ ਇਸੇ ਤਰ੍ਹਾਂ ਹੀ ਅਲੱਗ-ਅਲੱਗ, ਮੰਨ ਲਓ ਅਸੀਂ ਕਿਸੇ ਪਿੰਡ 'ਚ ਗਏ ਹਾਂ, ਤਾਂ ਪਿੰਡ 'ਚ ਅਸੀਂ ਗਏ ਤਾਂ ਸਾਡਾ ਉਸ ਦਾ ਜਿਹੜਾ ਮੈਲਿਊ ਹੋਇਆ ਵਾਤਾਵਰਨ ਹੈ ਡਿਫਰੈਂਟ ਹੋਵੇ, ਕਿਉਂਕਿ ਉੱਥੇ ਜਾਨਵਰ, ਗਾਵਾਂ, ਮੱਝਾਂ, ਤੁਸੀਂ ਜਾਓਗੇ ਕਿਸੇ ਦੇ ਘਰ ਜਾਓਗੇ, ਉੱਥੇ ਗਾਵਾਂ ਨੇ, ਮੱਝਾਂ ਨੇ, ਹੋਰ ਡੰਗਰ ਨੇ, ਹੋਰ ਪਸ਼ੂ ਪੰਛੀ ਨੇ। ਤੁਸੀਂ ਆਪਣੇ ਘਰ ਸ਼ਹਿਰ 'ਚ ਬੈਠੇ ਹੋ ਤਾਂ ਉਹ ਡਿਫਰੈਂਟ ਹੋਏਗਾ। ਤਾਂ ਜਦੋਂ ਨਵਾਂ ਕਿਸਮ ਦਾ ਤੁਸੀਂ ਮਾਹੌਲ ਨੂੰ ਐਕਸਪੋਜ਼ ਹੁੰਦੇ ਹੋ, ਤੁਹਾਨੂੰ ਉਹਨਾਂ ਦੇ ਵਾਇਰਸ ਬੈਕਟੀਰੀਆ ਤੁਹਾਡੇ ਅੰਦਰ ਆ ਜਾਂਦੇ ਆ, ਤਾਂ ਉਹਦਾ ਫਿਰ ਰਿਐਕਸ਼ਨ ਹੁੰਦਾ ਬਾਡੀ 'ਚ, ਬਾਡੀ ਨੂੰ ਐਡਜਸਟ ਕਰਦੀ ਹੈ। ਉਹ ਐਡਜਸਟਮੈਂਟ ਜਿਹੜੀ ਹੈ ਉਹ ਤੀਬਰ ਰੋਗ ਨੇ। ਮੰਨ ਲਓ ਅਸੀਂ ਖਾਂਦੇ ਹਾਂ, ਪੀਂਦੇ ਹਾਂ, ਕੁਛ ਸਾਡੀ ਹਵਾ ਰਾਹੀਂ ਸਾਡੇ ਅੰਦਰ ਚੱਲ ਜਾਂਦਾ, ਸਭ ਤੋਂ ਜ਼ਿਆਦਾ ਅਸੀਂ ਹਵਾ ਲੈਂਦੇ ਹਾਂ, ਕੁਛ ਪਾਣੀ ਰਾਹੀਂ ਚੱਲ ਜਾਂਦਾ, ਕੁਛ ਭੋਜਨ ਰਾਹੀਂ ਚਲਾ ਜਾਂਦਾ, ਕੁਛ ਬਾਕੀ ਜੇ ਸੂਖਸ਼ਮ ਜਿਹੜੀਆਂ ਨੇ ਉਹਨੂੰ ਛੱਡ ਦਿੰਦੇ ਆਪਾਂ ਇੱਕ ਵਾਰੀ, ਜਿਹੜੀਆਂ ਵਿਚਾਰਾਂ ਰਾਹੀਂ ਜਾਂਦਾ ਹੈ, ਬੋਲ ਚਾਲ ਰਾਹੀਂ ਜਾਂਦਾ ਹੈ, ਲਾਈਟ ਰਾਹੀਂ ਜਾਂਦਾ, ਉਹਨੂੰ ਛੱਡ ਦਿਓ ਇੱਕ ਵਾਰੀ। ਲੇਕਿਨ ਆਪਾਂ ਮੇਨ ਹਵਾ, ਪਾਣੀ ਅਤੇ ਭੋਜਨ 'ਤੇ ਰੱਖੀਏ ਕਿ ਹਵਾ, ਪਾਣੀ, ਭੋਜਨ ਰਾਹੀਂ ਜਿਹੜੇ ਵਾਇਰਸਿਸ, ਬੈਕਟੀਰੀਆ ਸਾਡੇ ਅੰਦਰ ਨਵੇਂ ਜਾਣਗੇ
ਤਾਂ ਉਹ ਨਵਾਂ ਜਦੋਂ ਗਏ ਤੇ ਸਾਡੇ ਅੰਦਰ ਉਹਨੇ ਅਜੇ ਸਾਡਾ ਸੀ ਉਸ ਤਰ੍ਹਾਂ ਢਲਿਆ ਨਹੀਂ ਹੋਇਆ। ਉਹਦੇ ਖਿਲਾਫ ਇਮਿਊਨਿਟੀ ਨੇ ਸਾਡਾ ਇਮਿਊਨ ਸਿਸਟਮ ਸਾਡਾ ਸਿਸਟਮ ਨੂੰ ਪਛਾਣਦਾ ਨਹੀਂ ਹੈ। ਉਹਦੇ ਹਿਸਾਬ ਨਾਲ ਆਪਣਾ ਤਿਆਰੀ ਨਹੀਂ ਕੀਤੀ ਹੋਈ ਸਰਵਾਈਵ ਕਰਨ ਦੀ। ਤਾਂ ਉਹ ਜਦੋਂ ਨਵੇਂ ਜਾਣਗੇ ਤਾਂ ਉਦੋਂ ਸਾਡਾ ਬਾਡੀ ਜਦੋਂ ਰਿਐਕਟ ਕਰਦੀ ਹੈ, ਉਹ ਤੀਬਰ ਰੋਗ ਨੇ। ਉਹ ਤੀਬਰ ਰੋਗ ਉਹਦੇ ਹਿਸਾਬ ਨਾਲ ਹੋਣਗੇ ਕਿ ਉਹ ਕਿੰਨਾ ਕੁ ਖਤਰਨਾਕ ਹੈ। ਜਿਹੜਾ ਨਵਾਂ ਜੀਵ ਸਾਡੇ ਅੰਦਰ ਗਿਆ, ਕੋਈ ਨਵਾਂ ਵਾਇਰਸ ਗਿਆ, ਕੋਈ ਬੈਕਟੀਰੀਆ ਗਿਆ, ਉਹ ਕਿੰਨਾ ਕੁ ਖਤਰਨਾਕ ਹੈ। ਬਾਡੀ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦੀ ਹੈ। ਬਾਡੀ ਦੇ ਅੰਦਰ ਇੱਕ ਸਿਸਟਮ ਹੈ ਜਿਹੜਾ ਹੁੰਦਾ, ਜਿਹਨੂੰ ਕਹਿੰਦੇ ਆਪਾਂ ਇੰਟੈਲੀਜੈਂਸ। ਜਿੱਦਾਂ ਅਸੀਂ ਆਪਣੀ ਇੰਟੈਲੀਜੈਂਸ ਖੜੀ ਕਰਦੇ ਹਾਂ, CID ਕਰਦੇ ਹਾਂ, ਜਸੂਸ ਖੜੇ ਕਰਦੇ ਹਾਂ, VIP ਜਿਹੜੇ ਹੁੰਦੇ ਆ ਉਹ 10-10 ਲੇਅਰ ਦੀ ਜਿਹੜੀ ਉਹ ਕਰਦੇ ਆ, ਆਪਣਾ ਸੁਰੱਖਿਆ ਕਰਦੇ ਆ। ਇੱਦਾਂ ਹੀ ਬਾਡੀ ਨੇ ਆਪਣੀ ਸੁਰੱਖਿਆ ਬਣਾਈ ਹੋਈ ਚਾਰ ਚਫੇਰਿਓਂ। ਉਹ ਬਾਡੀ ਨੂੰ ਪਛਾਣ ਲੈਂਦੀ ਹੈ ਕਿ ਇਹ ਜਿਹੜਾ ਕੀਟਾਣੂ ਹੈ, ਇਹ ਵਾਇਰਸ ਹੈ, ਬੈਕਟੀਰੀਆ ਇੰਨਾ ਖਤਰਨਾਕ ਹੈ। ਉਹਦੇ ਹਿਸਾਬ ਨਾਲ ਫਿਰ ਬਾਡੀ ਐਕਸ਼ਨ ਰਿਐਕਸ਼ਨ ਕਰਦੀ ਹੈ। ਉਹ ਸਾਰਾ ਐਕਸ਼ਨ ਰਿਐਕਸ਼ਨ ਜਿਹੜਾ ਜਿਹਨੂੰ ਆਪਾਂ ਤੀਬਰ ਰੋਗ ਕਹਿੰਦੇ ਆ। ਜਦੋਂ ਬੁਖਾਰ ਹੋ ਜਾਂਦਾ ਤੁਹਾਨੂੰ, ਤਾਂ ਬਹੁਤ ਉਹਦਾ ਮਤਲਬ ਬਾਡੀ ਨੇ, ਪੂਰੀ ਬਾਡੀ ਨੇ ਉਹਦੇ ਖਿਲਾਫ ਡਟ ਕੇ ਸਟੈਂਡ ਲੈ ਲਿਆ ਵੀ ਇਹ ਕੋਈ ਖਤਰਨਾਕ ਚੀਜ਼ ਆ ਗਈ। ਹੁਣ ਇਹਨੂੰ ਸਾਰੇ ਸਰੀਰ ਦੇ ਉਹ ਇਕੱਲੇ ਸੈੱਲ ਨੂੰ ਆਰਡਰ ਕਰਦਾ ਬੁਖਾਰ 'ਚ ਕਿ ਵੀ ਤੂੰ ਲੜ, ਤੂੰ ਤਿਆਰੀ ਕਰ, ਇਹ ਕੋਈ ਖਤਰਨਾਕ ਚੀਜ਼ ਆ ਗਈ ਹੈ, ਇਹ ਆਪਣੇ ਨੂੰ ਖਤਰਾ ਬਣ ਸਕਦੀ ਹੈ। ਜੇ ਕੋਈ ਮਾੜੀ ਮੋਟੀ ਹੋਊਗੀ ਤਾਂ ਮਾੜਾ ਮੋਟਾ ਜ਼ੁਕਾਮ ਜਿਹਾ ਲੱਗਿਆ, ਸੂਸਾਂ ਜੀ ਹੋਈ, ਖੰਘ ਜੀ ਆਈ, ਜਾਂ ਸਕਿਨ 'ਤੇ ਮਾੜੀ ਮੋਟੀ ਫੋੜਾ ਫਿੰਸੀ ਹੋਇਆ, ਜਾਂ ਜੇ ਪੇਟ ਦਾ ਤਾਂ ਮਾੜਾ ਮੋਟਾ ਪੇਟ ਜਿਹਾ ਦੁਖਿਆ, ਲੱਗਿਆ ਵੀ ਮੈਨੂੰ ਕੋਈ ਚੀਜ਼ ਜਿਵੇਂ ਆਪਾਂ ਕਹਿੰਦੇ ਅਪਚ ਹੋ ਗਿਆ। ਵੀ ਉਹ ਪਚ ਦਾ ਮਤਲਬ ਕੀ ਹੈ ਕਿ ਉਹ ਜਿਹੜਾ ਅਸੀਂ ਬਾਹਰੋਂ ਖਾਇਆ ਸੀਗਾ ਉਹਦੇ ਅੰਦਰ ਕੋਈ ਕੀਟਾਣੂ ਸੀਗਾ, ਅਤੇ ਉਹ ਜੇ ਬਾਡੀ ਨੇ ਉਹਨੂੰ ਪਛਾਣਿਆ ਨਹੀਂ ਤਾਂ ਉਹ ਮਾੜਾ ਮੋਟਾ ਚਲੋ ਜੀ ਕੱਚਾ ਹੋ ਗਿਆ ਜਾਂ ਫਿਰ। ਤਾਂ ਇਹ ਇੱਦਾਂ ਦੇ ਰਿਐਕਸ਼ਨ, ਤਾਂ ਉਹ ਸਾਰਾ ਦਾ ਸਾਰਾ ਕਿਤੇ ਨਾ ਕਿਤੇ। ਤਾਂ ਇਹ ਗੱਲ ਜਿਹੜੀ ਸਮਝਣੀ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਵਾਇਰਸ ਬੈਕਟੀਰੀਆ ਬਾਹਰੋਂ ਜਾਂਦਾ ਤਾਂ ਬਾਡੀ ਆਪਣੇ ਆਪ ਡੀਲ ਕਰਨ ਦੇ ਸਮਰੱਥ ਆ ਉਹਨੂੰ। ਸਾਨੂੰ ਬਹੁਤ ਜ਼ਿਆਦਾ ਮਾਰੀ ਭੱਜ ਦੌੜ ਜਾਂ ਉਹਨਾਂ ਕੀਟਾਣੂਆਂ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕਿਉਂਕਿ ਮਾਰਨ ਵਾਲੇ ਜਿੰਨੀਆਂ ਵੀ ਦਵਾਈਆਂ ਨੇ ਉਹ ਸਾਰੀਆਂ ਦੇ ਸਾਰੀਆਂ ਕੋਲ ਇਹੋ ਜਿਹੀ ਕੋਈ ਅਕਲ ਨਹੀਂ ਹੈ ਵੀ ਉਹ ਇਕੱਲੇ ਉਸੇ ਕੀਟਾਣੂ ਨੂੰ ਮਾਰਨਗੀਆਂ। ਉਹ ਤੁਹਾਡੇ ਸਰੀਰ 'ਚ ਜੋ ਵੀ ਮਾਈਕਰੋ ਸੂਖਸ਼ਮ ਲਾਈਫ ਹੈ ਸਾਰੀ ਨੂੰ ਮਾਰ ਦੇਣਗੀਆਂ। ਅਤੇ ਉਹਦੇ ਤਾਂ ਸਾਡੇ ਬਹੁਤੇ ਦੋਸਤ ਨੇ। ਦੁਸ਼ਮਣ ਤਾਂ ਇੱਕ ਹੀ ਬੜਿਆ ਨਾ, ਦੁਸ਼ਮਣ ਤਾਂ ਹੁਣੇ ਬੜਿਆ। ਮੈਂ ਕੱਲ੍ਹ ਖਾਣਾ ਖਰਾਬ ਖਾ ਲਿਆ, ਕਿਤੋਂ ਕੋਈ ਆਈਸਕ੍ਰੀਮ ਖਾ ਲਈ, ਕੋਈ ਕੁਛ ਖਾ ਲਿਆ, ਉਹਦੇ 'ਚ ਇੱਕ ਕੀਟਾਣੂ ਮੇਰੇ ਅੰਦਰ ਜਾ ਵੜਿਆ। ਮੇਰੀ ਬਾਡੀ ਨੂੰ ਡੀਲ ਕਰ ਸਕਦੀ ਹੈ, ਪਰ ਮੈਂ ਕਿਉਂਕਿ ਬਹੁਤ ਜ਼ਿਆਦਾ ਘਬਰਾ ਜਾਂਦਾ ਜਾਂ ਡਰ ਜਾਂਦਾ ਜਾਂ ਗੱਲ ਮੇਰੇ ਆਲੇ ਦੁਆਲੇ ਇੱਕ ਇਹੋ ਜਿਹਾ ਡਾਕਟਰੀ ਦਾ ਸਿਸਟਮ ਬਣਾਤਾ ਗਿਆ ਜਿਹੜਾ ਉਹਨੂੰ ਐਂਟੀਬਾਇਓਟਿਕਸ ਨਾਲ ਜਾਂ ਜਿਹੜਾ ਉਹਨੂੰ ਬਹੁਤ ਸਟਰੋਂਗ ਦਵਾਈਆਂ ਨਾਲ ਡੀਲ ਕਰਦਾ। ਜਾਂ ਫਿਰ ਆਪਣੇ ਆਪ ਨੂੰ ਆਪਾਂ ਬਹੁਤ ਜ਼ਿਆਦਾ ਸਿਆਣਾ ਬਣ ਜਾਂਦਾ। ਜਾਂ ਸਾਡੀ ਲਾਈਫ ਅੱਜ ਕੱਲ੍ਹ ਇੱਦਾਂ ਦੀ ਹੋ ਗਈ ਹੈ ਕਿ ਸਾਡੇ ਕੋਲ ਟਾਈਮ ਹੀ ਨਹੀਂ ਹੈ, ਕਿਉਂਕਿ ਤੀਬਰ ਰੋਗ ਦੇ ਅੰਦਰ ਆਰਾਮ ਕਰਨਾ ਪੈਂਦਾ। 1 ਦਿਨ 2 ਦਿਨ 3 ਦਿਨ 4 ਦਿਨ ਹਫ਼ਤਾ ਵੀ ਕਰਨਾ ਪੈ ਸਕਦਾ, 2 ਹਫ਼ਤੇ ਵੀ ਕਰਨਾ ਪੈ ਸਕਦਾ। ਉਹਦੇ ਲਈ ਅਸੀਂ ਤਿਆਰ ਨਹੀਂ ਹਾਂ ਕਿ ਸਾਡੇ ਆਲਾ ਦੁਆਲਾ ਇੱਦਾਂ ਦਾ ਬਣ ਗਿਆ ਹੋਇਆ ਕਿ ਆਪਾਂ ਨੂੰ ਆਪਣੀ ਲਾਈਫ ਸਟਾਈਲ ਇੱਦਾਂ ਦਾ ਬਣ ਗਿਆ ਕਿ ਆਪਾਂ ਆਰਾਮ ਕਰਨ ਨੂੰ ਤਿਆਰ ਨਹੀਂ ਹਾਂ ਬਿਲਕੁਲ। ਤਾਂ ਇਹ ਜਿਹੜਾ ਸਾਰਾ ਵਰਤਾਰਾ ਕਿਤੇ ਨਾ ਕਿਤੇ, ਇਸ ਕਰਕੇ ਅਸੀਂ ਅਨਨੈਚੁਰਲ ਟਰੀਟਮੈਂਟ ਕਰਦੇ ਹਾਂ। ਉਹ ਅਨਨੈਚੁਰਲ ਟਰੀਟਮੈਂਟ ਨਹੀਂ ਕਰਨੀ, ਕੋਸ਼ਿਸ਼ ਕਰਨੀ ਹੈ ਕਿ ਸਾਨੂੰ ਉਹ ਮਾਰੀ ਜਿਹੜੀ ਸਟਰੋਂਗ ਕੈਮੀਕਲਸ ਵਾਲੀਆਂ ਦਵਾਈਆਂ ਨੇ ਜਿਹਦੇ 'ਚ ਗਏ ਦੋਸਤ ਵੀ ਨਾਲ ਜਿਹੜੇ ਮਰ ਜਾਣ ਜਾਂ ਸਾਡੇ ਆਪਣੇ ਸੈੱਲਸ ਬਾਡੀ ਸੈੱਲ ਜਿਹਨਾਂ ਨੂੰ ਨੁਕਸਾਨ ਹੋ ਜਾਵੇ, ਉੱਦਾਂ ਦਾ ਕੁਛ ਨਹੀਂ ਕਰਨਾ। ਤਾਂ ਉਹ ਮੈਂ ਉਹਦੇ ਆਧਾਰ 'ਤੇ ਆਪਾਂ ਜੇਕਰ ਪ੍ਰਿੰਸੀਪਲਸ ਬਣਾਵਾਂਗੇ ਕਿ ਜਦੋਂ ਤੀਬਰ ਰੋਗ ਹੁੰਦਾ ਹੈ, ਚਾਹੇ ਉਹ ਸਾਹ ਪ੍ਰਣਾਲੀ ਦਾ ਹੋਵੇ, ਜ਼ੁਕਾਮ ਤੋਂ ਲੈ ਕੇ ਨਮੂਨੀਆ ਤੱਕ ਸਾਹ ਪ੍ਰਣਾਲੀ ਦੇ ਰੋਗ ਹੁੰਦੇ ਆ। ਫਿਰ ਤੁਹਾਡਾ ਆ ਗਿਆ ਪੇਟ ਦਾ ਹੋ ਗਿਆ ਜੀ ਕੱਚਾ ਹੋਣ ਤੋਂ ਲੈ ਕੇ ਉਲਟੀਆਂ ਲੱਗਣ ਤੋਂ ਲੈ ਕੇ ਪੇਟ ਦਰਦ ਤੋਂ ਲੈ ਕੇ ਡਾਇਰੀਆ ਲੂਜ਼ ਮੋਸ਼ਨ ਲੱਗਣ ਤੱਕ ਉਹ ਹੈ। ਜਾਂ ਬੁਖਾਰ ਹੁੰਦੇ ਆ, ਬਹੁਤ ਸਾਰੇ ਬੁਖਾਰ ਨੇ, ਜਿਵੇਂ ਟਾਈਫਾਇਡ ਬੁਖਾਰ ਹੋ ਗਿਆ, ਡੇਂਗੂ ਬੁਖਾਰ ਹੋ ਗਿਆ, ਮਲੇਰੀਆ ਬੁਖਾਰ ਹੋ ਗਿਆ, ਜਾਂ ਕੁਛ ਜਿਹੜੀਆਂ ਨੇ ਜਿਵੇਂ ਚਿਕਨ ਪੌਕਸ ਹੈ, ਵੱਡੀ ਮਾਤਾ ਤਾਂ ਹੁਣ ਨਹੀਂ ਹੁੰਦੀ, ਛੋਟੀ ਮਾਤਾ ਹੋ ਜਾਂਦੀ ਹੈ, ਜਾਂ ਬੱਚਿਆਂ ਨੂੰ ਖਸਰਾ ਹੋ ਜਾਂਦਾ, ਜਾਂ ਇੱਦਾਂ ਦਾ ਕੁਛ ਜਿਹੜੇ ਨੇ ਕੁਛ ਤੀਬਰ ਰੋਗ ਜਿਹੜੇ ਨੇ। ਤਾਂ ਉਹਦੇ ਜਨਰਲ ਪ੍ਰਿੰਸੀਪਲਸ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਜਨਰਲ ਪ੍ਰਿੰਸੀਪਲਸ ਕੀ ਹੋਣੇ ਚਾਹੀਦੇ ਆ। ਸਭ ਤੋਂ ਵੱਡਾ ਜਨਰਲ ਪ੍ਰਿੰਸੀਪਲ ਇਹ ਹੈ ਕਿ ਆਪਾਂ ਨੇ ਆਪਣੀ ਊਰਜਾ ਨੂੰ, ਕਿਉਂਕਿ ਬਾਡੀ ਦੇ ਅੰਦਰ ਆਪਣੀ ਇੱਕ ਵਿਜ਼ਡਮ ਹੈ, ਬਾਡੀ ਦੇ ਅੰਦਰ ਆਪਣੀ ਇੱਕ ਸਿਆਣਪ ਹੈ ਉਸ ਨਵੇਂ ਕੀਟਾਣੂ ਨੂੰ ਡੀਲ ਕਰਨ ਦੀ। ਕਦੇ ਵੀ ਆਪਣੇ ਆਪ ਨੂੰ ਉਸ ਬਾਡੀ ਦੀ ਸਿਆਣਪ ਤੋਂ ਉੱਪਰ ਨਹੀਂ ਸਮਝਣਾ। ਇਹ ਨਹੀਂ ਸੋਚਣਾ ਕਿ ਹਾਏ ਮੈਨੂੰ ਤਾਂ ਬੁਖਾਰ ਹੋ ਗਿਆ, ਹਾਏ ਮੈਨੂੰ ਤਾਂ ਜ਼ੁਕਾਮ ਹੋ ਗਿਆ, ਵੀ ਕਿਵੇਂ
ਜਿਵੇਂ ਇਹ ਨਹੀਂ ਸੋਚਣਾ ਕਿ ਮੈਂ ਹੀ ਕੁਝ ਕਰੂੰਗਾ ਤਾਂ ਹੀ ਠੀਕ ਹੋਊਂਗਾ। ਐਸਾ ਕੁਝ ਵੀ ਨਹੀਂ ਹੈ। ਮੇਰੀ ਵਿਜ਼ਡਮ, ਮੇਰੀ ਅੰਦਰਲੀ ਵਿਜ਼ਡਮ ਦੇ ਮੁਕਾਬਲੇ 'ਚ, ਮੇਰੀ ਅੰਦਰਲੀ ਸਿਆਣਪ ਦੇ ਮੁਕਾਬਲੇ 'ਚ ਮੇਰੀ ਵਿਜ਼ਡਮ 1% ਵੀ ਨਹੀਂ ਹੈ। 99% ਬੋਡੀ ਨੇ ਕੰਮ ਕਰਨਾ ਆਪਣਾ। ਉਹਨੂੰ ਪਤਾ ਹੈ ਕਿ ਮੈਂ ਕੀ ਕਰਨਾ ਹੈ, ਉਹਨੂੰ ਕਰਨ ਦੇਣਾ ਚਾਹੀਦਾ। ਉਹਦੇ ਰਾਹ 'ਚ ਅੜਕੇ ਨਹੀਂ ਡਾਉਣੇ ਚਾਹੀਦੇ। ਕਮ ਸੇ ਕਮ ਇਹੋ ਜਿਹੇ ਅੜਕੇ ਨਾ ਡਾਓ ਜਿਹਦੇ ਕਿ ਸਾਈਡ ਇਫੈਕਟ ਹੋਣ, ਜਿਹਦੇ ਕਿ ਬਿਨਾਂ ਮਤਲਬ ਉਹਦੇ 'ਚ ਆਪਾਂ ਟੌਕਸਿਕ ਚੀਜ਼ਾਂ, ਜ਼ਹਿਰੀਲੀਆਂ ਚੀਜ਼ਾਂ, ਜਾਂ ਐਂਟੀਬਾਇਓਟਿਕਸ, ਜਾਂ ਐਂਟੀਵਾਇਰਲਸ, ਜਾਂ ਬਹੁਤ ਪੇਨ ਕਿਲਰਸ, ਜਾਂ ਸਿੰਪਟਮ ਸਪਰੈਸ਼ਨ ਵਾਲੇ। ਕਿ ਸਾਨੂੰ ਮਾੜੀ ਜਿਹੀ ਲਾਮਤ ਹੋਈ, ਜ਼ੁਕਾਮ ਹੋਇਆ, ਨਾਲ ਦੀ ਨਾਲ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ। ਮਾੜਾ ਜਿਹਾ ਬੁਖਾਰ ਹੋਇਆ ਉਹਨੂੰ ਉਤਾਰਨ ਦੀ ਕੋਸ਼ਿਸ਼ ਕਰਦੇ ਹਾਂ। ਮਾੜਾ ਜਿਹਾ ਪੇਟ ਦੁਖਿਆ ਉਹਦਾ ਉਲਟ ਕਰਦੇ ਹਾਂ। ਹਰ ਚੀਜ਼ ਦਾ ਅਸੀਂ, ਖਾਂਸੀ ਆ ਗਈ ਤਾਂ ਖਾਂਸੀ ਨੂੰ ਦਬਾਉਣਾ, ਛਿੱਕਾਂ ਆ ਗਈ ਛਿੱਕਾਂ ਨੂੰ ਦਬਾਉਣਾ। ਤਾਂ ਦਬਾਉਣ ਵਾਲਾ ਕੰਮ ਜਿਹੜਾ, ਸੋ ਇੱਕ ਤਰ੍ਹਾਂ ਸਿੰਪਟਮ ਸਪਰੈਸ਼ਨ ਨਹੀਂ ਕਰਨੀ। ਸਿੰਪਟਮ ਜਿਹੜੇ ਨੇ ਉਹ ਇੱਕ ਬਹੁਤ ਬਿਊਟੀਫੁਲ, ਬਹੁਤ ਹੀ ਸੁੰਦਰ ਸਰੀਰ ਦਾ ਤਰੀਕਾ ਹੈ ਬਿਮਾਰੀ ਨਾਲ ਲੜਨ ਦਾ। ਛਿੱਕਾਂ ਰਾਹੀਂ, ਖਾਂਸੀ ਰਾਹੀਂ, ਖਾਰਿਸ਼ ਰਾਹੀਂ, ਬੁਖਾਰ ਰਾਹੀਂ, ਨਜ਼ਲੇ ਰਾਹੀਂ ਸਰੀਰ ਬਿਮਾਰੀ ਨਾਲ ਲੜਦਾ ਹੈ। ਦਰਦ ਰਾਹੀਂ, ਪੇਨ ਰਾਹੀਂ, ਈਵਨ ਮਾਨਸਿਕ ਪੇਨ ਰਾਹੀਂ, ਸਰੀਰਕ ਪੇਨ ਅਤੇ ਮਾਨਸਿਕ ਪੇਨ ਦੋਨਾਂ ਰਾਹੀਂ ਸਰੀਰ ਬਿਮਾਰੀ ਨਾਲ ਲੜਦਾ ਹੈ। ਉਹ ਬਿਮਾਰੀ ਦੇ ਹਿਸਾਬ ਨਾਲ ਆਪਣੇ ਆਪ ਨੂੰ ਅਡਾਪਟ ਕਰਦਾ, ਅਡੈਪਟੇਸ਼ਨ ਢਾਲਦਾ ਉਹਦੇ ਰਾਹੀਂ ਸਿੰਪਟਮਸ ਰਾਹੀਂ। ਇਹ ਗੱਲ ਯਾਦ ਰੱਖਣੀ ਹੈ ਕਿ ਸਿੰਪਟਮ ਅਗਰ ਪ੍ਰੋਡਿਊਸ ਕਰ ਰਹੀ ਹੈ ਮੇਰਾ ਸਰੀਰ, ਤਾਂ ਉਹ ਸਿੰਪਟਮ ਦਾ ਕੁਛ ਮਤਲਬ ਹੈ, ਉਹਦੀ ਕੁਛ ਭਾਸ਼ਾ ਹੈ। ਉਹ ਸਰੀਰ ਦੀ ਭਾਸ਼ਾ ਹੈ ਰੋਗ ਨੂੰ ਠੀਕ ਕਰਨ ਦੀ। ਸੋ ਉਹਨੂੰ ਦਬਾਉਣਾ ਨਹੀਂ। ਸਿੰਪਟਮ, ਇਸ ਮਾਡਰਨ ਮੈਡੀਕਲ ਸਿਸਟਮ ਦੇ ਅੰਦਰ ਸਭ ਤੋਂ ਜਿਹੜੀ ਗੰਦੀ ਗੱਲ ਹੋਈ ਕਿ ਅਸੀਂ ਸਿੰਪਟਮ ਸਪਰੈਸ਼ਨ ਕਰਦੇ ਹਾਂ ਬਹੁਤ ਜ਼ਿਆਦਾ, ਔਰ ਸਿੰਪਟਮ ਸਪਰੈਸ਼ਨ ਕਰਦੇ ਕਰਦੇ ਆਪਣੀ ਬਾਡੀ ਨੂੰ ਵੀਕ ਕਰ ਲੈਂਦੇ ਹਾਂ, ਉਲਟਾ ਕਮਜ਼ੋਰ ਕਰ ਲੈਂਦੇ ਹਾਂ। ਤਾਂ ਪ੍ਰਿੰਸੀਪਲ ਜਿਹੜਾ ਸਭ ਤੋਂ ਟਾਪ ਪ੍ਰਿੰਸੀਪਲ ਹੋਣਾ ਚਾਹੀਦਾ ਹੈ ਕਿ ਤੀਬਰ ਰੋਗ ਦੇ ਅੰਦਰ ਜਿਹੜਾ ਅਲਾਮਤ ਆ ਰਹੀ ਹੈ ਉਹਨੂੰ ਦਬਾਉਣਾ ਨਹੀਂ। ਹੁਣ ਦਬਾਉਣਾ ਨਹੀਂ ਦੇ ਵਿੱਚ ਥੋੜ੍ਹਾ ਜਿਹਾ, ਜਿਹਨੂੰ ਕਹਿੰਦੇ ਆ ਸਿਆਣਪ ਨਾਲ ਕਰਨਾ ਹੈ, ਬੇਵਕੂਫਾਂ ਨੂੰ ਨਹੀਂ ਕਰਨਾ। ਅਗਰ ਅੱਤ ਹੋ ਜਾਂਦੀ ਹੈ ਕਿਸੇ ਸਿੰਪਟਮ ਦੀ, ਤਾਂ ਫਿਰ ਉਹਨੂੰ ਇੱਕ ਵਾਰੀ ਦਬਾਉਣਾ ਪੈਂਦਾ, ਉਨਾ ਕੁ ਦਬਾਉਣਾ ਬਸ। ਮੰਨ ਲਓ ਬੁਖਾਰ ਬਹੁਤ ਜ਼ਿਆਦਾ ਹੋ ਗਿਆ, 104 ਤੋਂ ਵੀ ਉੱਪਰ ਜਾ ਰਿਹਾ, ਤਾਂ ਆਪਾਂ ਸੋਚਾਂਗੇ ਵੀ ਇਹਨੂੰ ਹੁਣ ਇਸ ਤੋਂ ਉੱਪਰ ਨਾ ਜਾਵੇ, ਤਾਂ ਕਿ ਉਹ 105-6 ਤੋਂ ਉੱਪਰ ਜਾ ਕੇ ਫਿਰ ਉਹ ਥੋੜ੍ਹਾ ਨੁਕਸਾਨ ਕਰਨ ਦੀ ਸੰਭਾਵਨਾ ਬਣ ਜਾਂਦੀ ਹੈ, ਜਾਂ ਬੱਚਿਆਂ ਥੋੜ੍ਹਾ ਉਸ ਤੋਂ ਵੀ ਘੱਟ। ਇਸੇ ਤਰ੍ਹਾਂ ਦਰਦ ਅਗਰ ਬਹੁਤ ਜ਼ਿਆਦਾ ਹੋ ਰਿਹਾ ਤਾਂ ਬੰਦਾ ਬੇਹੋਸ਼ ਹੋ ਸਕਦਾ ਹੈ, ਬੰਦਾ ਜਿਹੜਾ ਸ਼ੌਕ 'ਚ ਜਾ ਸਕਦਾ ਹੈ। ਤਾਂ ਉਹ ਵੀ ਫਿਰ ਇੱਕ ਵਾਰੀ, ਜੇ ਬਹੁਤ ਜ਼ਿਆਦਾ ਅੱਤ ਦੀ ਦਰਦ ਹੋ ਰਹੀ ਹੈ, ਕੋਈ ਪੱਥਰੀਆਂ ਦੀ ਦਰਦ ਹੁੰਦੀ ਹੈ, ਬਹੁਤ ਅੱਤ 'ਤੇ ਹੋ ਜਾਂਦੀ ਕਈ ਵਾਰੀ, ਉਹ ਅੱਤ 'ਤੇ ਇੱਕ ਵਾਰੀ ਫਿਰ ਆਪਾਂ ਨੂੰ ਕਰਨਾ ਪਏਗਾ। ਲੇਕਿਨ ਅਗਰ ਟੋਲਰੇਬਲ ਹੈ ਤਾਂ ਉਹਦੇ ਕੁਛ ਦੇਸੀ ਨੁਸਖੇ ਜਿਹੜੇ ਨੇ ਦਰਦ ਦੇ, ਉਹੀ ਅਡੋਪਟ ਕਰਕੇ ਵੀ ਕਈ ਵਾਰੀ ਚੱਲ ਜਾਂਦਾ ਕੰਮ। ਤਾਂ ਇਹ ਜਿਹੜਾ ਪ੍ਰਿੰਸੀਪਲ ਹੈ ਬਹੁਤ ਜ਼ਰੂਰੀ ਹੈ ਕਿ ਆਪਾਂ ਅਲਾਮਤਾਂ ਨੂੰ ਦਬਾਉਣਾ ਨਹੀਂ। ਦੂਜੀ ਗੱਲ ਕੀ ਹੈ? ਆਰਾਮ ਕਰਨਾ। ਕਿਉਂਕਿ ਆਰਾਮ ਕਰਨ ਦਾ ਕੀ ਮਤਲਬ ਹੈ ਕਿ ਬਾਡੀ ਨੇ ਪੂਰੀ ਆਪਣੀ ਊਰਜਾ ਬਿਮਾਰੀ ਨੂੰ ਠੀਕ ਕਰਨ 'ਚ ਝੋਂਕਤੀ ਹੋਈ ਹੈ। ਹੁਣ ਉਹਦੇ ਕੋਲ ਕੋਈ ਇਹੋ ਜਿਹਾ ਜੇ ਆਪਾਂ ਮੰਨ ਲਓ ਸਾਰਾ ਦਿਨ ਐਸਾ ਕੰਮ ਕਰੀ ਜਾਂਦੇ ਹਾਂ ਥਕਾਵਟ ਵਾਲਾ, ਮੰਨ ਲਓ ਕੋਈ ਦਿਹਾੜੀਦਾਰ ਬੰਦਾ ਫਿਜ਼ੀਕਲ ਕੰਮ ਕਰਦਾ ਅਤੇ ਉਹਨੂੰ ਕਹੋ ਬੁਖਾਰ 'ਚ ਵੀ ਕੰਮ ਕਰ ਤੂੰ, ਤਾਂ ਬਾਡੀ ਨਹੀਂ ਦੋਨੋਂ ਕੰਮ ਕਰ ਪਾਏਗੀ। ਬਾਡੀ ਦਾ ਧਿਆਨ ਉੱਧਰ ਹੈ, ਸਾਰਾ ਸਰੀਰ ਦਾ ਧਿਆਨ ਤਾਂ ਬਿਮਾਰੀ ਵੱਲ ਹੈ। ਤਾਂ ਸਰੀਰ ਕੋਲ ਐਸੀ ਊਰਜਾ ਹੀ ਨਹੀਂ ਹੈ ਤੁਹਾਡਾ ਕੰਮ ਕਰਨ ਦੀ। ਜਦੋਂ ਧੱਕੇ ਨਾਲ ਕਰਨ ਦੀ ਕੋਸ਼ਿਸ਼ ਕਰੋਗੇ ਬੇਹੋਸ਼ ਹੋ ਜਾਓਗੇ, ਗਿਰ ਜਾਓਗੇ, ਕਿਤੇ ਐਕਸੀਡੈਂਟ ਹੋ ਜਾਏਗਾ। ਤੁਸੀਂ ਸੋਚ ਕੇ ਦੇਖੋ ਵੀ ਜੇ ਬੁਖਾਰ ਵਾਲਾ ਬੰਦਾ ਸਰੀਰਕ ਕੰਮ ਕਰਨਾ ਸ਼ੁਰੂ ਕਰ ਦੇ ਤਾਂ ਕਿਤੇ ਨਾ ਕਿਤੇ ਮਾਰ 'ਚ ਆ ਸਕਦਾ ਨਾ, ਐਕਸੀਡੈਂਟ ਹੋ ਸਕਦਾ ਉਹਦਾ। ਇਸੇ ਤਰ੍ਹਾਂ ਜੇ ਆਪਾਂ ਊਰਜਾ ਕਿਸੇ ਹੋਰ ਪਾਸੇ ਲਾਵਾਂਗੇ ਕਿ ਲਗਾਤਾਰ ਆਪਾਂ ਤੁਰੀ ਜਾ ਰਹੇ ਹਾਂ, ਐਗਜ਼ਰਸ਼ਨ ਕਰੀ ਜਾ ਰਹੇ ਹਾਂ, ਜਾਂ ਵਰਜਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਬੁਖਾਰ ਚੜ੍ਹੇ 'ਚ, ਤੀਬਰ ਰੋਗ 'ਚ ਕੁਛ ਨਹੀਂ ਕਰਨਾ ਹੁੰਦਾ, ਆਰਾਮ ਕਰਨਾ ਹੁੰਦਾ, ਤਾਂ ਕਿ ਮੈਕਸੀਮਮ ਜਿਹੜੀ ਸਰੀਰ ਦੀ ਊਰਜਾ ਉਹ ਰੋਗ ਨੂੰ ਲੜਨ 'ਚ ਬਾਡੀ ਕੋਲ ਰਿਜ਼ਰਵ ਰਹੇ। ਤੀਜੀ ਗੱਲ, ਜਿਹੜੀ ਊਰਜਾ ਬਹੁਤ ਵੱਡੀ ਲੱਗਦੀ ਹੈ ਖਾਣੇ ਨੂੰ ਹਜਮ ਕਰਨ 'ਚ। ਖਾਣਾ ਹਜਮ ਹੁੰਦਾ ਜਦੋਂ, ਤਾਂ ਖਾਣਾ ਜਦੋਂ ਹਜਮ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਊਰਜਾ ਲੱਗਦੀ ਹੈ। ਲਗਭਗ 70% ਬਾਡੀ ਦੀ ਟੋਟਲ ਊਰਜਾ ਜਿਹੜੀ ਹੈ ਖਾਣੇ ਨੂੰ ਹਜਮ ਕਰਨ 'ਚ ਲੱਗ ਜਾਂਦੀ ਹੈ। ਸਾਡੇ ਕੋਲ 30% ਰਿਜ਼ਰਵ ਹੁੰਦਾ। ਅਤੇ ਜੇ ਆਪਾਂ ਖਾਣਾ ਖਾਈ ਜਾਵਾਂਗੇ ਅਤੇ ਤੀਬਰ ਰੋਗ ਨਾਲ ਹੈ ਤਾਂ ਬਾਡੀ ਭੁੱਖ, ਕੁਦਰਤ ਇਸ਼ਾਰਾ ਕਰਦੀ ਆ। ਕੁਦਰਤ ਕਿੱਦਾਂ ਇਸ਼ਾਰਾ ਕਰਦੀ ਹੈ? ਕੁਦਰਤ ਤੁਹਾਨੂੰ ਭੁੱਖ ਮਾਰ ਦਿੰਦੀ ਹੈ, ਥੋੜ੍ਹਾ ਜੀ ਕੱਚਾ ਹੋਣ ਲੱਗ ਜਾਂਦਾ, ਤੁਹਾਨੂੰ ਉਲਟੀਆਂ ਲੱਗ ਜਾਂਦੀਆਂ ਨੇ, ਤੁਹਾਡਾ ਉੱਠਣ ਨੂੰ ਜੀ ਨਹੀਂ ਕਰੇਗਾ, ਮੰਜੇ 'ਤੇ ਲੇਟਣ ਨੂੰ ਜੀ ਕਰੇਗਾ, ਤੁਹਾਡਾ ਉੱਠੇ ਉਂਗਲ ਚੱਕਰ ਆਉਣਗੇ। ਇਹ ਕੀ ਹੈ ਸਾਰਾ? ਆਪਾਂ ਨੂੰ ਸਮਝਦੇ ਹਾਏ ਕਿਉਂ ਚੱਕਰ, ਕਿਉਂ ਮੇਰਾ ਉੱਠਣ ਨੂੰ ਜੀ ਨਹੀਂ ਕਰ ਰਿਹਾ? ਤਾਂ ਉਹ ਕੁਦਰਤ ਕੀ ਕਹਿ ਰਹੀ ਹੈ? ਕੁਦਰਤ ਨੂੰ ਮੈਸੇਜ ਦੇ ਰਹੀ ਹੈ ਕਿ ਬੱਚੇ ਆਹ ਤੈਨੂੰ ਲੋੜ ਹੈ,
ਤੂੰ ਆਰਾਮ ਨਾਲ ਲੇਟ, ਮੰਜੇ 'ਤੇ ਲੇਟ, ਤਾਂ ਕਿ ਮੈਨੂੰ ਆਪਣਾ ਕੰਮ ਕਰਨ ਦੇ, ਸਰੀਰ ਨੂੰ ਠੀਕ ਕਰਨ ਦਾ। ਤਾਂ ਕੁਦਰਤ ਦੇਖੋ ਵੀ ਪਾਓਗੇ, ਜਦੋਂ ਆਪਾਂ ਤੀਬਰ ਰੋਗਾਂ ਦੇ ਵਿੱਚ ਆਰਾਮ ਕਰ ਲਈਏ, ਖਾਣਾ ਪੀਣਾ ਬੰਦ ਕਰ ਦਈਏ, ਜਿਹੜਾ ਹਜਮ ਹੋਣ ਵਾਲਾ ਖਾਣਾ, ਹਜਮ ਹੋਣ ਵਾਲਾ ਖਾਣਾ, ਪੀਣ ਵਾਲੀ ਚੀਜ਼ਾਂ ਲੈਣੀਆਂ ਪੈਂਦੀਆਂ ਨੇ, ਕਿਉਂਕਿ ਪੀਣ ਵਾਲੀ ਚੀਜ਼ਾਂ ਜਿਹੜੀਆਂ ਨੇ, ਕਿਉਂਕਿ ਉਹ ਬਾਡੀ ਜਿਉਂਦੀ ਹੈ ਤਾਂ ਉਹਨੂੰ ਪਾਣੀ ਦੇ ਵਿੱਚ ਪਾਣੀ ਰਾਹੀਂ ਸਾਰਾ ਕੁਝ ਹੋਣਾ ਹੁੰਦਾ, ਅਤੇ ਤਾਂ ਪਾਣੀ ਪੀਣਾ ਜਾਂ ਪੀਣ ਵਾਲੀ ਚੀਜ਼ਾਂ ਪੀਣਾ ਇਹ ਨਹੀਂ ਬੰਦ ਕਰਨਾ ਹੁੰਦਾ। ਇਹ ਪਹਿਲੇ ਇੰਨੇ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਆਪਾਂ ਕੀ ਚੀਜ਼ਾਂ ਕਿਹੜੀ ਕਿਵੇਂ ਪੀਣੀਆਂ ਨੇ। ਲੇਕਿਨ ਜਿਹੜਾ ਹਜਮ ਹੋਣ ਵਾਲਾ ਖਾਣਾ ਹੈ, ਖਾਸ ਕਰਕੇ ਪੱਕਿਆ ਖਾਣਾ, ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਲੱਗਦਾ ਬਾਡੀ ਦਾ ਹਜਮ ਕਰਨ 'ਚ, ਉਹ ਲੱਗਦਾ ਜਿਹੜਾ ਸਾਡਾ ਖੁਰਾਕ ਅਸੀਂ ਪੱਕੀ ਖਾਂਦੇ ਹਾਂ, ਦਾਲ ਰੋਟੀ ਸਬਜ਼ੀ, ਜਾਂ ਇਹੋ ਜਿਹੀ ਜਿਹੜੀਆਂ ਸਖਤ ਹੁੰਦੀਆਂ ਥੋੜ੍ਹੀਆਂ ਹਜਮ ਕਰਨੀਆਂ ਪੈਂਦੀਆਂ ਨੇ, ਜਿਹੜਾ ਮੇਨ ਖਾਣਾ ਜਿਹੜਾ ਜਿਵੇਂ ਆਪਾਂ ਕਹਿੰਦੇ ਹਾਂ, ਜਦੋਂ ਆਪਾਂ 4-5 ਘੰਟੇ ਫਿਰ ਭੁੱਖ ਨਹੀਂ ਲੱਗਦੀ, ਉਹ ਚੀਜ਼ਾਂ ਨਹੀਂ ਖਾਣੀਆਂ ਹੁੰਦੀਆਂ, ਤਾਂ ਉਹ ਜਿਹੜਾ ਖਾਣਾ ਵੀ ਨਹੀਂ ਖਾਣਾ ਆਪਾਂ ਨੇ। ਸੋ ਇਹ ਜਿਹੜੇ ਨਹੀਂ ਕਰਨ ਵਾਲੀਆਂ ਚੀਜ਼ਾਂ ਨੇ, ਕਿਆ ਨਹੀਂ ਕਰਨੀਆਂ। ਹੁਣ ਆ ਗਿਆ ਕਰਨ ਵਾਲੀ ਚੀਜ਼, ਆ ਗਿਆ ਆਰਾਮ, ਆ ਗਿਆ ਇੱਕ ਤਾਂ ਕਿ ਆਪਾਂ ਨੇ ਆਰਾਮ ਕਰਨਾ ਹੈ ਮੈਕਸੀਮਮ। ਜੇ ਮੌਸਮ ਧੁੱਪ ਵਾਲਾ ਠੰਡ ਵਾਲਾ ਹੈਗਾ ਤਾਂ ਧੁੱਪੇ ਲੇਟੋ। ਧੁੱਪ ਬਹੁਤ ਵਧੀਆ, ਧੁੱਪ ਇੱਕ ਬਹੁਤ ਵਧੀਆ ਹੀਲਰ ਹੁੰਦੀ ਹੈ, ਧੁੱਪ ਇੱਕ ਬਹੁਤ ਵਧੀਆ ਹੀਲਰ ਹੈ। ਫਿਰ ਮੌਸਮ ਦੇ ਹਿਸਾਬ ਨਾਲ ਕੱਪੜੇ ਪਾ ਕੇ ਰੱਖੋ, ਮਤਲਬ ਠੰਡ ਹੈ ਤਾਂ ਗਰਮ ਕੱਪੜੇ ਪਾ ਕੇ ਰੱਖੋ, ਜੇ ਗਰਮੀ ਹੈ ਤਾਂ ਬਹੁਤ ਜ਼ਿਆਦਾ ਠੰਡ 'ਚ ਨਾ ਜਾਓ। ਫਿਰ ਵੀ ਜਿਹੜਾ AC ਚ ਅਵੋਇਡ ਕਰਨਾ ਚਾਹੀਦਾ। ਟੂ ਮੱਚ ਕੂਲਿੰਗ ਜਿਹੜੀ ਹੈ ਬਾਡੀ ਦੀ, ਉਹ ਬਾਡੀ ਦੀ ਇਮਿਊਨ ਪਾਵਰ ਨੂੰ ਘਟਾਉਂਦੀ ਹੈ। ਸੋ ਗਰਮੀਆਂ 'ਚ ਵੀ ਕੋਸ਼ਿਸ਼ ਕਰਨੀ ਹੈ ਕਿ ਬਹੁਤ ਠੰਡ ਕਰਕੇ ਕਮਰੇ 'ਚ ਨਾ ਬੈਠੋ, AC ਚਲਾ ਕੇ ਜਾਂ ਕੂਲਰ ਚਲਾ ਕੇ। ਸਿੰਪਲ ਜੀ ਉਨੀ ਕਿ ਸਰੀਰ ਨੂੰ ਪਸੀਨਾ ਆਵੇ, ਵਧੀਆ ਗੱਲ ਹੈ। ਸਾਰੇ ਤੀਬਰ ਰੋਗਾਂ 'ਚ ਪਸੀਨਾ ਆਉਂਦਾ ਹੈ, ਸਾਰੇ ਤੀਬਰ ਰੋਗਾਂ 'ਚ ਥੋੜ੍ਹਾ ਬਹੁਤਾ ਬੁਖਾਰ ਹੁੰਦਾ ਹੈ, ਤਾਂ ਉਹਦੇ 'ਚ ਸਰਦੀਆਂ ਦੇ ਵਿੱਚ ਬਿਲਕੁਲ ਸਰਦੀ ਤੋਂ ਬਚਣਾ, ਵੱਧ ਤੋਂ ਵੱਧ ਨਿੱਘੇ ਰਹਿਣਾ, ਅਤੇ ਗਰਮੀ ਦੇ ਅੰਦਰ ਰੀਜ਼ਨੇਬਲ ਜਿਹਾ ਪੱਖਾ ਪੁੱਖਾ ਹਲਕਾ ਫੁਲਕਾ ਚਲਾ ਕੇ ਸਾਰਨਾ, ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ, ਕੂਲਿੰਗ ਨਹੀਂ ਕਰਨੀ। ਉਸ ਤੋਂ ਬਾਅਦ ਆ ਜਾਓ ਤੁਹਾਡਾ ਕਿ ਖਾਣਾ ਪੀਣਾ ਕੀ ਹੈ। ਪੀਣ ਵਾਸਤੇ ਤੁਹਾਡੇ ਕੋਲ 4-5 ਕਿਸਮ ਦੀਆਂ ਚੀਜ਼ਾਂ ਨੇ, ਬਹੁਤ ਹੀ ਵਧੀਆ ਨੇ, ਉੱਤਮ ਨੇ ਉਹ, ਜਿਹਦੀ ਕਿ ਨਿਊਟਰੀਐਂਟ ਰਿਚ ਨੇ, ਜਿਹਦੇ ਕਿ ਖੁਰਾਕੀ ਤੱਤ ਨੇ ਬਹੁਤ ਜ਼ਿਆਦਾ, ਮਿਨਰਲਸ ਨੇ, ਵਾਈਟਾਮਿਨਸ ਨੇ, ਜਿਹੜੇ ਕਿ ਤੀਬਰ ਰੋਗ ਦੇ ਲੜਨ ਵਾਸਤੇ ਸਰੀਰ ਨੂੰ ਚਾਹੀਦੇ ਆ। ਜਦੋਂ ਵੀ ਸਰੀਰ ਤੀਬਰ ਰੋਗਾਂ ਨਾਲ ਲੜਦਾ ਤਾਂ ਬਹੁਤ ਤੇਜ਼ੀ ਨਾਲ ਵਾਈਟਾਮਿਨ ਅਤੇ ਮਿਨਰਲ ਯੂਜ਼ ਹੁੰਦੇ ਆ। ਸਰੀਰ ਉਹਨਾਂ ਨੂੰ ਵਰਤਦਾ ਹੈ ਤੁਹਾਨੂੰ ਠੀਕ ਕਰਨ ਲਈ, ਕਿਉਂਕਿ ਉਹਨੇ ਲਗਾਤਾਰ ਤੁਹਾਨੂੰ ਪਸੀਨਾ ਲਿਆਉਣਾ ਹੈ, ਲਗਾਤਾਰ ਸੁੱਚ ਕੱਢਣਾ ਹੈ, ਸਾਰੇ ਟੌਕਸਿਨ ਜ਼ਹਿਰ ਕੱਢਣੇ, ਅਤੇ ਨਾਲ ਫਿਰ ਉਹ ਵਾਈਟਾਮਿਨ ਮਿਨਰਲਸ ਵੀ ਜਾਂਦੇ ਆ। ਅਤੇ ਇਸ ਕਰਕੇ ਆਪਾਂ ਨੂੰ ਵਾਈਟਾਮਿਨ ਅਤੇ ਮਿਨਰਲ ਰਿਚ ਡਾਈਟ ਲੈਣੀ ਹੁੰਦੀ ਆ। ਪਰਟੀਕੂਲਰਲੀ ਵਾਈਟਾਮਿਨ C ਹੈ, ਜਿੱਦਾਂ B ਕੰਪਲੈਕਸ ਹੈ, ਜਾਂ ਜਿਹੜੇ ਕੁਛ ਚੀਜ਼ਾਂ ਮਿਨਰਲਸ ਨੇ, ਜਿੱਦਾਂ ਮੰਨ ਲਓ ਪਸੀਨਾ ਆ ਰਿਹਾ ਤਾਂ ਤੁਹਾਨੂੰ ਨਮਕ, ਸੋਡੀਅਮ ਚਾਹੀਦਾ ਹੈ, ਪੋਟਾਸ਼ੀਅਮ ਚਾਹੀਦਾ ਹੈ, ਮੈਗਨੀਸ਼ੀਅਮ ਚਾਹੀਦਾ ਹੈ, ਕੈਲਸ਼ੀਅਮ ਚਾਹੀਦਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਚਾਹੀਦੀਆਂ ਨੇ, ਉਹ ਕਿਹੜੀ ਚੀਜ਼ਾਂ ਨੇ ਜਿਹਦੇ 'ਚ ਆਪਾਂ ਨੂੰ ਇਹ ਸਾਰਾ ਕੁਝ ਮਿਲਦਾ ਵੀ ਰਹੇ, ਪਰ ਉਹ ਸਾਨੂੰ ਖਾਣਾ ਹਜਮ ਵੀ ਨਾ ਕਰਨਾ ਪਵੇ। ਵਿੱਚ ਨਾਰੀਅਲ ਪਾਣੀ ਕੁਦਰਤ ਦੀ ਵੰਡਰਫੁਲ ਦਾਤ ਹੈ। ਨਾਰੀਅਲ ਦੇ ਪਾਣੀ ਤੋਂ ਉੱਪਰ ਮੇਰੇ ਖਿਆਲ 'ਚ ਕੋਈ ਕੁਦਰਤ ਨੇ ਐਸੀ ਦਾਤ ਨਹੀਂ ਖੜੀ ਕੀਤੀ ਪੀਣ ਵਾਸਤੇ ਜਿਹੜਾ ਉਸ ਤੋਂ ਉੱਪਰ ਹੋਵੇ। ਤਾਂ ਨਾਰੀਅਲ ਪਾਣੀ ਜਿਹੜਾ ਹੈ ਉਹ ਹਾਲਾਂਕਿ ਥੋੜ੍ਹਾ ਮਹਿੰਗਾ ਜ਼ਰੂਰ ਹੁੰਦਾ, ਲੇਕਿਨ ਕਿਉਂਕਿ ਆਪਾਂ ਨੂੰ 5-7 ਦਿਨ ਹੀ ਲੋੜ ਪੈਣੀ ਹੈ, ਤਾਂ ਦਵਾਈਆਂ ਦੇ ਮੁਕਾਬਲੇ 'ਚ ਫਿਰ ਵੀ ਕੋਈ ਮਹਿੰਗਾ ਨਹੀਂ ਹੋਏਗਾ। ਆਪਾਂ ਵੱਡੇ ਟੈਸਟ ਕਰਾਉਣ ਲੱਗ ਜਾਂਦੇ ਹਾਂ, ਤਾਂ ਉਹਦੇ ਨਾਲੋਂ ਕਿਸੇ ਵੀ ਡਾਕਟਰ ਕੋਲ ਜਾਣ ਤੋਂ ਪਹਿਲਾਂ ਇਹ ਕੰਮ ਕਰਨੇ ਬਹੁਤ ਜ਼ਰੂਰੀ ਨੇ ਕਿ ਨਾਰੀਅਲ ਪਾਣੀ। ਨੰਬਰ 2 'ਤੇ ਕੋਈ ਵੀ ਜਿਹੜਾ ਮੌਸਮੀ ਫਲ ਦਾ ਜੂਸ, ਜਿਵੇਂ ਸੰਤਰਾ ਹੈ, ਕੀਨੂ ਹੈ, ਮੌਸੰਮੀ ਹੈ, ਇਹ ਵਿਟਾਮਿਨ C ਰਿਚ ਨੇ। ਨਿੰਬੂ ਪਾਣੀ ਪੀ ਸਕਦੇ ਹਾਂ ਆਪਾਂ। ਨਿੰਬੂ ਪਾਣੀ ਜਦੋਂ ਪੀਣਾ ਹੋਵੇ ਤਾਂ ਫਿਰ ਖੰਡ ਨਹੀਂ ਪਾ ਕੇ ਪੀਦਾ ਬਹੁਤਾ, ਫਿਰ ਸਿੰਪਲ ਨਿੰਬੂ ਥੋੜ੍ਹਾ ਜਿਹਾ ਨਿਚੋੜਿਆ, ਹਲਕਾ ਜਿਹਾ ਸੇਂਦਾ ਨਮਕ ਪਾਇਆ, ਉਹ ਆਪਾਂ ਨਿੰਬੂ ਪਾਣੀ ਪੀ ਸਕਦੇ ਹਾਂ। ਫਿਰ ਤੁਹਾਡਾ ਉਸ ਤੋਂ ਬਾਅਦ ਆ ਗਿਆ, ਅਗਰ ਜਿੱਦਾਂ ਔਲੇ ਦਾ ਮੌਸਮ ਹੈ ਤਾਂ ਔਲਾ ਹੁਣ ਖਾਣਾ ਬੜਾ ਔਖਾ ਹੁੰਦਾ ਕਿਉਂਕਿ ਗਲੇ ਨੂੰ ਫੜਦਾ ਜਿਹਾ, ਤਾਂ ਔਲੇ ਨੂੰ ਤੁਸੀਂ ਕੱਦੂਕਸ ਕਰਕੇ ਗਲਾਸ ਪਾਣੀ 'ਚ ਪਾ ਕੇ 10 ਮਿੰਟ 15 ਮਿੰਟ ਛੱਡ ਦਿਓ, ਉਹਦੇ ਬਾਅਦ ਉਹਦਾ ਪਾਣੀ ਪੀ ਲਓ। ਫਿਰ ਉਹ ਹੋਰ ਪਾਣੀ ਪਾ ਦਿਓ ਉਹਦੇ 'ਚ, 2-3 ਵਾਰੀ ਕਰੋ ਤਾਂ ਸਾਰਾ ਔਲੇ ਦਾ ਜਿਹੜਾ ਵਿਟਾਮਿਨ C ਆ ਪਾਣੀ 'ਚ ਆ ਜਾਏਗਾ। ਉਹ ਜਿਹੜਾ ਅੰਦਰ ਫੋਕਟ ਰਹਿ ਜਾਏਗਾ, ਉਹ ਵੀ ਅਗਰ ਤੁਹਾਡਾ ਖਾਣ ਦਾ ਮਨ ਹੈਗਾ, ਭੁੱਖ ਹੈਗੀ ਹੈ ਤਾਂ ਮਾੜਾ ਮੋਟਾ ਉਹ ਵੀ ਖਾ ਸਕਦੇ, ਨਹੀਂ ਤਾਂ ਉਹਨੂੰ ਛੱਡ ਦਿਓ, ਤਾਂ ਔਲੇ ਦਾ ਪਾਣੀ ਪੀ ਸਕਦੇ ਆਪਾਂ। ਸਿਮਿਲਰਲੀ ਨਿੰਬੂ ਜਿਹੜਾ ਸਾਬਤ ਕੱਦੂਕਸ ਕਰਕੇ ਵੀ ਉਹਦਾ ਪਾਣੀ ਪੀਤਾ ਜਾ ਸਕਦਾ। ਉਹ ਸਾਬਤ ਕੱਦੂਕਸ ਤਾਂ ਹੀ ਹੁੰਦਾ ਨਿੰਬੂ ਜੋ ਫਰੋਜ਼ਨ ਹੋਊਗਾ, ਤਾਂ ਜੋ ਫਰਿੱਜ 'ਚ ਰੱਖ ਕੇ ਜੰਮਿਆ ਹੋਊਗਾ ਤਾਂ ਉਹ ਵੀ ਪੀ ਸਕਦੇ ਹਾਂ ਆਪਾਂ। ਉਸ ਤੋਂ ਬਾਅਦ ਆ ਗਏ ਤੁਹਾਡੇ ਕੋਲ ਸਬਜ਼ੀਆਂ ਦੇ ਜੂਸ। ਖੀਰਾ ਹੈ, ਘੀਆ ਹੈ, ਪੇਠਾ ਹੈ, ਬਹੁਤ ਸਾਰੀ ਸਬਜ਼ੀਆਂ ਦੇ ਜੂਸ ਨੇ, ਬਹੁਤ ਸਾਰੇ ਫਲਾਂ ਦੇ ਜੂਸ ਨੇ। ਸੋ ਜੂਸਸ। ਤੀਜੀ ਗੱਲ, ਕਾੜੇ। ਵੰਡਰਫੁਲ ਮੈਡੀਸਨਲ ਪਲਾਂਟਸ ਨੇ ਸਾਡੇ ਕੋਲ ਜਿਹੜੇ ਕਿ ਤੀਬਰ ਰੋਗਾਂ ਦੇ ਅੰਦਰ ਬਹੁਤ ਹੀ ਕਮਾਲ ਦੇ ਗੁਣ ਨੇ ਉਹਨਾਂ 'ਚ। ਉਹਦੇ ਤੁਹਾਡੇ ਕੋਲ
तुलसी है, गलो है, निम है, कड़ी पत्ता है, पपीता है, किन्ने किन्ने ਜਿਹੜੇ ਚੀਜ਼ਾਂ ਨੇ। ਉਸ ਤੋਂ ਬਾਅਦ ਤੁਹਾਡੇ ਆ ਗਏ ਜਵੈਣ ਹੈ, ਜੀਰਾ ਹੈ, ਧਨੀਆ ਹੈ, ਮੇਥੀ ਹੈ, ਤੁਹਾਡਾ ਪੁਰਾਣਾ ਉਸ ਦਾ ਮਨਕਸ਼ਾ ਹੁੰਦਾ ਸੀਗਾ ਜਿਹਨੂੰ ਆਪਾਂ ਦੇ ਰੈਸਪੀਰੇਟਰੀ ਜ਼ੁਕਾਮ 'ਚ ਲੈਂਦੇ ਹੁੰਦੇ ਸੀਗੇ, ਦੁਸ਼ਾਂਦਾ ਤਾਂ ਉਹ ਸਾਰਾ ਦਾ ਸਾਰਾ ਕਿਤੇ ਨਾ ਕਿਤੇ ਕਾੜਿਆਂ ਦੀ ਸ਼ਕਲ 'ਚ। ਸੋ ਆਪਣੇ ਕੋਲ ਕਿੰਨੇ ਹੋ ਗਏ? ਕਾੜੇ ਹੋ ਗਏ, ਗ੍ਰੀਨ ਜੂਸ ਹੋ ਗਿਆ, ਸਬਜ਼ੀਆਂ ਦਾ ਜੂਸ, ਫਰੂਟ ਜੂਸਿਸ ਅਤੇ ਨਾਰੀਅਲ ਪਾਣੀ। ਸੋ ਇਹਨੂੰ ਅਸੀਂ ਬਾਰੀ ਸਾਈਕਲ ਬਣਾ ਲਾਂਗੇ, ਸਾਈਕਲ ਬਣਾ ਸਕਦੇ ਆਪਾਂ। ਮੰਨ ਲਓ ਪਹਿਲਾਂ ਆਪਾਂ ਪੀਤਾ ਸਵੇਰੇ ਉੱਠਣ ਸਾਰ ਕਾੜਾ, ਫਿਰ ਪੀ ਲਿਆ ਆਪਾਂ ਨੇ ਗ੍ਰੀਨ ਜੂਸ, ਫਿਰ ਪੀ ਲਿਆ ਨਾਰੀਅਲ ਪਾਣੀ, ਫਿਰ ਪੀ ਲਿਆ ਫਰੂਟ ਜੂਸ, ਫਿਰ ਸਾਈਕਲ ਅਗਲਾ ਸ਼ੁਰੂ ਹੋ ਗਿਆ। ਤਾਂ 2 ਜਾਂ 3 ਸਾਈਕਲ ਚੱਲਣਗੇ ਵੱਧ ਤੋਂ ਵੱਧ। ਕੋਈ 12 ਗਲਾਸ ਦਿਨ 'ਚ ਪੀਤੇ ਜਾਂਦੇ ਪਾਣੀ ਦੇ। ਮੰਨੀ ਕਿ 12 ਗਲਾਸ ਦਾ ਮਤਲਬ ਹੋ ਗਿਆ 2.5 ਲੀਟਰ ਜਾਂ 3 ਲੀਟਰ। ਤਾਂ ਇੰਨਾ ਕੁ ਪਾਣੀ ਜ਼ਰੂਰ ਜਾਣਾ ਚਾਹੀਦਾ ਸਰੀਰ 'ਚ, ਕਿਉਂਕਿ ਤੀਬਰ ਰੋਗ ਦੇ ਅੰਦਰ ਸਰੀਰ ਨੇ ਜਿਹੜਾ ਜ਼ਹਿਰੀਲਾ ਮਾਦਾ ਹੈ, ਸਰੀਰ ਨੇ ਜਿਹੜੇ ਟੌਕਸਿਨਸ ਨੇ ਉਹ ਕੱਢਣੇ ਆ ਪਸੀਨੇ ਰਾਹੀਂ ਅਤੇ ਪਿਸ਼ਾਬ ਰਾਹੀਂ। ਤਾਂ ਉਹ ਦੋਨਾਂ 'ਚ ਕੀ ਚਾਹੀਦਾ? ਮੀਡੀਅਮ ਪਾਣੀ ਹੈ, ਪਾਣੀ 'ਚ ਘੁਲ ਕੇ ਹੀ ਨਿਕਲਣਗੇ ਨਾ। ਜੇ ਤੁਹਾਨੂੰ ਸਰੀਰ ਨੇ ਕੁਛ ਪਸੀਨੇ ਰਾਹੀਂ ਕੁਛ ਕੱਢਣਾ ਹੈ ਤਾਂ ਵੀ ਪਾਣੀ ਚਾਹੀਦਾ, ਜੇ ਪਿਸ਼ਾਬ ਰਾਹੀਂ ਕੱਢਣਾ ਤਾਂ ਵੀ ਪਾਣੀ ਚਾਹੀਦਾ, ਜਾਂ ਫੇਫੜੇ ਰਾਹੀਂ ਵੀ ਕੱਢਦਾ ਰਹਿੰਦਾ ਸਰੀਰ। ਫੇਫੜੇ ਜਿਹੜੀਆਂ ਗੈਸਾਂ ਦੀ ਸ਼ਕਲ 'ਚ ਚੀਜ਼ਾਂ ਹੁੰਦੀਆਂ ਨੇ ਉਹ ਫੇਫੜਿਆਂ 'ਚ ਵੀ ਨਿਕਲਦੀਆਂ ਨੇ। ਮਾਫ਼ ਕਰਨਾ ਰੋਕਾਂਗਾ ਤੁਹਾਨੂੰ ਕਿ ਇਹਦੇ ਵਿੱਚ ਆਪਾਂ ਜਿਵੇਂ ਕਹਿੰਦੇ ਵੀ ਸੂਪ ਲੈ ਲਓ ਸਬਜ਼ੀਆਂ ਦਾ, ਜਾਂ ਕਈ ਬਹੁਤ ਵਾਰ ਤਾਂ ਇਹ ਕਿਹਾ ਜਾਂਦਾ ਵੀ ਜਾਨ ਕਿਵੇਂ ਆਊਗੀ ਜੀ, ਤੁਸੀਂ ਕਰੋੜਿਆਂ ਦਾ ਸੂਪ ਲਓ, ਨੌਨ ਵੈਜ ਸੂਪ ਲੈ ਲਓ, ਕਿ ਇਹ ਵੀ ਚੱਲ ਸਕਦੇ ਨੇ ਉਸ ਟਾਈਮ? ਬਿਲਕੁਲ, ਸੂਪਸ ਬਹੁਤ ਵੰਡਰਫੁਲ ਨੇ। ਜਿਸ ਤਰ੍ਹਾਂ ਬਹੁਤ ਸਾਰੇ ਲੋਕ ਨੇ ਉਹ ਕਹਿੰਦੇ ਗਰਮ ਪੀਣ ਨੂੰ ਜੀ ਕਰਦਾ। ਜਦੋਂ ਵੀ ਆਪਾਂ ਬਿਮਾਰ ਹੁੰਦੇ ਹਾਂ ਤਾਂ ਆਪਣੇ ਗਰਮ ਚੀਜ਼ਾਂ ਪੀਣ ਨੂੰ ਜੀ ਕਰਦਾ, ਖਾਸ ਕਰਕੇ ਜ਼ੁਕਾਮ 'ਚ ਜਾਂ ਜਦੋਂ ਕੋਈ ਸਾਹ ਪ੍ਰਣਾਲੀ ਦੀ ਪ੍ਰੋਬਲਮ ਹੋਊਗੀ। ਉਹਦੇ ਵਾਸਤੇ ਸੂਪ ਬਹੁਤ ਵੰਡਰਫੁਲ ਜਿਹੜਾ ਹੈ ਉਹ ਐਡੀਸ਼ਨ ਨੇ ਸਾਡੇ 'ਚ। ਉਹਦੇ ਸੂਪ ਦੇ ਵਿੱਚ ਸਬਜ਼ੀਆਂ ਦਾ ਸੂਪ ਬਣ ਸਕਦਾ, ਉਹਦੇ ਅੰਦਰ ਗ੍ਰੀਨਸ ਨੇ, ਮੇਥੀ ਹੈ, ਪਾਲਕ ਹੈ, ਕੜੀ ਪੱਤਾ ਹੈ, ਪੁਦੀਨਾ ਹੈ, ਧਨੀਆ ਹੈ, ਇਹ ਸਾਰੇ ਪਾ ਸਕਦੇ ਆਪਾਂ। ਜਾਂ ਫਿਰ ਸਬਜ਼ੀਆਂ ਨੇ ਥੋੜ੍ਹੀ ਬਹੁਤੀਆਂ ਜਿਹੜੀਆਂ ਜਿਵੇਂ ਘੀਆ ਹੈ, ਨਰਮ ਘੀਆ ਹੈ, ਉਹਦੇ ਸ਼ਿਮਲਾ ਮਿਰਚ ਪੈ ਸਕਦੀ ਹੈ। ਤਾਂ ਇੱਦਾਂ ਦੀ ਚੀਜ਼ਾਂ ਵੀ ਜਿਹੜੀਆਂ ਨੇ ਉਹ ਆਪਾਂ ਪਾ ਸਕਦੇ ਹਾਂ। ਕਰੋੜਾਂ ਦਾ ਸੂਪ ਵੀ ਲੈ ਸਕਦੇ ਹਾਂ, ਬਿਲਕੁਲ। ਜਿਹੜਾ ਨੌਨ ਵੈਜ ਲੋਕ ਜਿਹੜੇ ਨੌਨ ਵੈਜ ਜਿਹੜਾ ਲੈਂਦਾ ਖਰੋੜੇ, ਤਾਂ ਚਲੋ ਖਰੋੜੇ ਦਾ ਜੂਸ ਸੂਪ ਜਾਂ ਨੌਨ ਵੈਜ ਦਾ ਸੂਪ, ਕੋਈ ਵੀ ਨੌਨ ਵੈਜ ਦਾ ਸੂਪ ਵੈਸੇ ਵੀ ਬਣ ਜਾਂਦਾ। ਨੌਨ ਵੈਜ ਤੁਸੀਂ ਘਰ ਬਣਾਉਂਦੇ ਹੋ ਤਾਂ ਸਲੋ ਅੱਗ 'ਤੇ ਉਹਨੂੰ ਜੇ ਅਗਰ ਆਪਾਂ ਕੁੱਕ ਕਰਾਂਗੇ ਲੰਬਾ ਸਮਾਂ ਤਾਂ ਬਹੁਤ ਅੱਛਾ ਸੂਪ ਬਣ ਜਾਂਦਾ ਉਹ। ਲੇਕਿਨ ਉਹਦੀ ਕੁਕਿੰਗ ਬਹੁਤ ਲੰਬੀ ਹੁੰਦੀ ਹੈ, ਕੋਈ ਕੁੱਕਰ 'ਚ ਨਹੀਂ ਪਾਉਣਾ ਹੁੰਦਾ। ਸਲੋ ਆਂਚ 'ਤੇ ਉਹਨੂੰ ਬੋਇਲ ਕਰਕੇ ਕੋਈ ਵੀ ਜਿਹੜਾ ਨੌਨ ਵੈਜ ਤੁਸੀਂ ਖਾਂਦੇ ਹੋ ਤਾਂ ਉਹਦਾ ਘੰਟਿਆਂ ਤੱਕ ਅਗਰ ਤੁਸੀਂ ਬੋਇਲ ਕਰਦੇ ਹੋ ਤਾਂ ਬਹੁਤ ਵਧੀਆ ਸੂਪ ਬਣ ਜਾਂਦਾ। ਨੌਨ ਵੈਜ ਬੰਦੇ ਜਿਹੜੇ ਨੇ ਉਹ ਖਾ ਸਕਦੇ ਆ। ਸੋ ਸੂਪ ਸੇ ਬਹੁਤ ਅੱਛੀ ਐਡੀਸ਼ਨ ਹੈ, ਸੂਪ ਸੇ ਬਹੁਤ ਅੱਛੀ ਐਡੀਸ਼ਨ ਹੈ। ਇਸ ਕੰਡੀਸ਼ਨ 'ਚ ਹੀ ਲੈਣਾ ਹੈ ਨੌਨ ਵੈਜ, ਅਦਰਵਾਈਜ਼ ਆਮ ਨਹੀਂ ਲੈਣਾ ਹੈਗਾ ਬਿਲਕੁਲ ਵੀ? ਨਹੀਂ, ਆਮ ਵੀ ਲੈ ਸਕਦੇ ਆਪਾਂ, ਲੇਕਿਨ नॉन वेज उसे लोड नहीं है, मतलब जो बंदा नॉन वेज नहीं है। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती हैं सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है
और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਉਹਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਵੀ ਮੈਨੂੰ ਕੋਈ ਖਾਸ ਲੋੜ ਹੈ, ਸਿਰਫ ਉਹਦੇ ਵਾਸਤੇ ਹੀ ਹੈ ਜਿਹੜਾ ਨੌਨ ਵੈਜ ਲੈਂਦਾ। ਉਹ ਜਿਹੜਾ ਬੰਦਾ ਨੌਨ ਵੈਜ ਤੋਂ ਪਰਹੇਜ਼ ਕਰਦਾ ਉਹਨੂੰ ਕੋਈ ਜ਼ਰੂਰਤ ਨਹੀਂ ਹੈ ਵੀ ਆਪਣੇ ਨੌਨ ਵੈਜ ਨਾਲ ਲੈਣਾ ਕੋਈ ਜ਼ਰੂਰੀ ਉਹਦੇ ਵਾਸਤੇ ਸਬਜ਼ੀਆਂ ਇਕੁਅਲੀ ਗੁੱਡ ਨੇ। ਆਪਾਂ ਅਕਸਰ ਗੱਲ ਕਰਦੇ ਹਾਂ ਵੀ ਐਨੀਮਲ ਪ੍ਰੋਟੀਨ ਤੋਂ ਆਪਾਂ ਬਚਣਾ ਚਾਹੀਦਾ। ਹਾਂ ਨਹੀਂ, ਐਨੀਮਲ ਪ੍ਰੋਟੀਨ ਤੋਂ ਕੁਝ ਬਿਮਾਰੀਆਂ ਨੇ ਜਿਸ ਖਾਸ ਕਰਕੇ ਆਟੋਇਮਿਊਨ ਡਿਸਆਰਡਰ ਵਗੈਰਾ ਹੈਗਾ ਉਹ 'ਚ ਬਚਣਾ ਚਾਹੀਦਾ। ਲੇਕਿਨ ਜੋ ਤੀਬਰ ਰੋਗ ਹੋ ਗਿਆ ਤਾਂ ਉਹਦੇ 'ਚ ਇਸ ਚੱਕਰ 'ਚ ਪੈਣ ਦੀ ਲੋੜ ਨਹੀਂ ਹੈ। ਆਪਾਂ ਨੂੰ ਤੀਬਰ ਰੋਗ ਤਾਂ ਡਿਫਰੈਂਟ ਹੋ ਗਏ ਨਾ। ਤੀਬਰ ਰੋਗ ਉਸ ਵੇਲੇ ਆਪਾਂ ਨੂੰ ਜਿਹੜੀ 5-7 ਦਿਨ 10 ਦਿਨ ਦਾ ਮਸਲਾ ਉਹ ਤਾਂ ਉਹ ਜਿਹੜੀ ਆਪਾਂ ਪ੍ਰੋਟੀਨ ਦੀ ਗੱਲ ਕਰਦੇ ਹਾਂ ਉਹ ਲੰਬੇ ਸਮੇਂ 'ਚ ਕਰੋਨਿਕ ਡਿਜ਼ੀਜ਼ ਦੇ ਅੰਦਰ ਹੈ। ਉਹ 'ਚ ਖਾਸ ਕਰਕੇ ਆਟੋਇਮਿਊਨ ਡਿਸਆਰਡਰਸ ਖਾਸ ਕਰਕੇ ਜਿਹੜੇ ਹੁੰਦੇ ਔਰ ਅੱਜ ਕੱਲ੍ਹ ਆਟੋਇਮਿਊਨਿਟੀ ਬਹੁਤ ਹੋ ਗਈ, ਇਸ ਕਰਕੇ ਆਪਾਂ ਨੂੰ ਮਨਾ ਕਰਨੇ ਪੈ ਰਹੇ ਆ ਕਿ ਵੀ ਐਨੀਮਲ ਪ੍ਰੋਟੀਨ ਨਾ ਲਓ, ਕਿਉਂਕਿ ਆਟੋਇਮਿਊਨਿਟੀ ਦੀ ਜਿਹੜੀ ਸਮੱਸਿਆ ਉਹਦੇ 'ਚ ਇਹ ਨਹੀਂ ਸਮਝ ਆ ਰਹੀ ਵੀ ਕਿਹੜਾ ਪ੍ਰੋਟੀਨ ਟ੍ਰਿਗਰ ਕਰ ਰਿਹਾ। ਔਰ ਇੰਨੀਆਂ ਗੰਦੀਆਂ ਬਿਮਾਰੀਆਂ ਨੇ ਉਹ ਵੀ ਆਪਾਂ ਨੂੰ ਕੁਛ ਚੀਜ਼ਾਂ ਡਰਾਸਟਿਕ ਰਿਕਮੈਂਡ ਕਰਨੀਆਂ ਪੈ ਰਹੀਆਂ ਨੇ। ਹਾਲਾਂਕਿ ਹੋ ਸਕਦਾ ਜੇ ਉਹ ਪੇਸ਼ੈਂਟ ਨਾ ਵੀ ਕਰੇ ਤਾਂ ਵੀ ਠੀਕ ਹੋ ਜਾਵੇ, ਲੇਕਿਨ ਕਿਉਂਕਿ ਉਹਦੇ 'ਚ ਅਜੇ ਸਮਝ ਇੰਨੀ ਪਰਪੱਕ ਨਹੀਂ ਹੋਈ ਕਿ ਫਲਾਂ ਪ੍ਰੋਟੀਨ ਹੀ ਆਪਾਂ ਨੇ ਸਿਰਫ ਮਨਾ ਕਰਨਾ। ਉਹਦੇ 'ਚ ਸ਼ੱਕੀ ਪ੍ਰੋਟੀਨ ਜਿਹੜੇ ਨੇ ਆਪਾਂ ਮਨਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ, ਤਾਂ ਸ਼ੱਕੀ ਪ੍ਰੋਟੀਨ ਦੇ ਵਿੱਚ ਇਹ ਫਿਰ ਆ ਜਾਂਦਾ ਜਿਹੜਾ ਐਨੀਮਲ ਪ੍ਰੋਟੀਨਸ ਨੇ ਅਤੇ ਪਲੱਸ ਕਣਕ ਦਾ ਵੀਟ ਪ੍ਰੋਟੀਨ ਹੈ। ਵੀਟ ਪ੍ਰੋਟੀਨ ਅਤੇ ਜਿਹੜੇ ਐਨੀਮਲ ਪ੍ਰੋਟੀਨ ਨੇ ਇਹ ਸ਼ੱਕੀ ਪ੍ਰੋਟੀਨ ਨੇ। ਸੋ ਇਸ ਚੱਕਰ 'ਚ ਆਪਾਂ ਨੂੰ ਮਨਾ ਕਰਨੇ ਪੈ ਰਹੇ ਆ ਕਰੋਨਿਕ ਬਿਮਾਰੀਆਂ ਨਾਲ। ਲੇਕਿਨ ਤੀਬਰ ਰੋਗ 'ਚ ਇਹੋ ਜਿਹੇ ਇਸ ਚੱਕਰ 'ਚ ਪੈਣ ਦੀ ਲੋੜ ਨਹੀਂ ਹੈ। ਤੀਬਰ ਰੋਗ 'ਚ ਮੰਨ ਲਓ ਕਿਸੇ ਦਾ ਕੋਈ ਨੌਨ ਵੈਜ ਬੰਦਾ ਹੈਗਾ ਅਤੇ ਉਹਦਾ ਜੀਅ ਕਰਦਾ ਵੀ ਮੈਂ ਨੌਨ ਵੈਜ ਦਾ ਸੂਪ ਲੈਣਾ ਤਾਂ ਲੈ ਸਕਦਾ ਸੂਪ, ਕਿਉਂਕਿ ਸੂਪ ਨੂੰ ਡਾਈਜੈਸਟ ਕਰਨ 'ਚ ਕੋਈ ਉਹ ਨਹੀਂ ਆਉਣੀ, ਕੋਈ ਸਰੀਰ ਦੀ ਤਰੱਦਦ ਨਹੀਂ ਲੱਗਣੀ। ਮੰਨ ਲਓ ਬੰਦਾ ਸੂਪ ਪੀ ਲੈਂਦਾ ਉਹ, ਜਾਂ ਜਿਹਨੂੰ ਆਪਾਂ ਤਰੀ ਕਹਿ ਦਿੰਦੇ ਹਾਂ ਤਰੀ ਲੈ ਲੈਂਦਾ ਤਾਂ ਉਹ ਠੀਕ ਹੈ, ਇਕੁਅਲੀ ਗੁੱਡ ਹੈ, ਤਾਂ ਉਹ ਲੈ ਸਕਦੇ ਆਪਾਂ। ਉਸ ਤੋਂ ਬਾਅਦ 2 ਨੰਬਰ 'ਤੇ ਜੇ ਅਗਰ ਤੁਸੀਂ ਕੁਛ ਲੈਣਾ ਹੈ, ਜੇ ਮੰਨ ਲਓ ਭੁੱਖ ਲੱਗ ਰਹੀ ਤੁਹਾਨੂੰ, ਤੁਹਾਡਾ ਸਰੀਰ ਮੰਗ ਰਿਹਾ ਕਿ ਮੈਨੂੰ ਭੁੱਖ ਲੱਗੀ ਹੈ, ਤਾਂ ਫਿਰ ਰॉ ਫੂਡ ਲੈ ਲਓ, ਫਲ ਖਾ ਲਓ। ਤੁਸੀਂ ਮੰਨ ਲਓ ਸੰਤਰਾ ਹੈ, ਕਿੰਨੂ ਹੈ, ਉਹ ਫਲ ਖਾ ਸਕਦੇ ਆ, ਕੋਈ ਸੇਬ ਖਾ ਸਕਦਾ, ਕੋਈ ਅੰਗੂਰ ਖਾ ਸਕਦਾ। ਪੁਰਾਣੇ ਜ਼ਮਾਨੇ 'ਚ ਅੰਗੂਰ ਜੁੜੇ ਹੁੰਦੇ ਸੀ ਵੀ ਬਿਮਾਰ ਬੰਦੇ ਨੂੰ ਅੰਗੂਰ ਦੇਣੇ ਆ, ਘਰ ਜਾਂਦੇ ਤਾਂ ਵੀ ਅੰਗੂਰ ਲੈ ਕੇ ਜਾਂਦੇ। ਹਾਂ, ਅੰਗੂਰ ਲੈ ਕੇ ਜਾਂਦੇ ਹੁੰਦੇ ਸੀਗੇ। ਤਾਂ ਉਹ ਫਲ ਜਿਹੜੇ ਨੇ ਉਹ ਬਿਮਾਰ ਬੰਦੇ ਦਾ ਖਾਣਾ ਮੰਨੇ ਜਾਂਦੇ ਸੀਗੇ। ਉਹ ਰਾਈਟਲੀ ਸੋ, ਕਿਉਂਕਿ ਉਹਦੇ ਅੰਦਰ ਜੇ ਨਿਊਟਰੀਐਂਟ ਰਿਚ ਨੇ ਤਾਂ ਜਿਹੜਾ ਬਿਮਾਰ ਹੈ ਬੰਦਾ ਉਹਨੂੰ ਨਿਊਟਰੀਐਂਟ ਰਿਚ ਡਾਈਟ ਚਾਹੀਦੀ ਹੈ ਅਤੇ ਉਹ ਡਾਈਜੈਸਟ ਹੋਣ 'ਚ ਉਹਦੀ ਕੋਈ ਪ੍ਰੋਬਲਮ ਨਹੀਂ ਹੈ। ਜੇ ਫਲ ਨੇ ਡਾਈਜੈਸਟ ਹੋਣ ਲਈ ਬਹੁਤ ਹੀ ਸੌਖੇ ਹੈ। ਸਭ ਤੋਂ ਸੌਖਾ ਅਗਰ ਕੋਈ ਫੂਡ ਡਾਈਜੈਸਟ ਹੁੰਦਾ ਤਾਂ ਉਹ ਹੈ ਫਰੈਸ਼ ਫਰੂਟਸ। ਅਤੇ ਫਰੈਸ਼ ਫਰੂਟਸ ਜਿਹੜੇ ਨੇ ਬਹੁਤ ਹੀ ਵੰਡਰਫੁਲ ਜਿਹੜੀ ਨੇ ਉਹ ਤੁਹਾਡੇ ਕੋਲ ਕੰਡੀਸ਼ਨ ਹੈਗੇ ਆ ਕਿ ਤੁਸੀਂ ਫਲ ਖਾ ਸਕਦੇ ਹੋ। ਨੰਬਰ 2 'ਤੇ ਸੌਫਟ ਸਲਾਦ ਜਿੱਦਾਂ ਖੀਰਾ ਹੈ। ਹੁਣ ਖੀਰਾ ਬਹੁਤ ਹੀ ਸੌਫਟ ਜੀ ਸਲਾਦ ਹੈ, ਤੁਸੀਂ ਚਿਊ ਕਰਕੇ ਖੀਰਾ ਵੀ ਖਾਓਗੇ ਤਾਂ ਖੀਰਾ ਵੀ ਜਿਹੜਾ ਹੈ ਬਹੁਤ। ਟਮਾਟਰ ਫਲਾਂ ਦਾ ਫਲ ਹੈ, ਸਬਜ਼ੀ ਦੀ ਸਬਜ਼ੀ ਹੈ, ਟਮਾਟਰ ਖਾ ਸਕਦੇ ਹੋ। ਜਿਹੜੀ ਸਖਤ ਸਲਾਦ ਹੈ ਥੋੜ੍ਹੀ ਜਿਹੀ ਉਹ ਤੀਬਰ ਰੋਗ 'ਚ ਅਵੋਇਡ ਕਰਨੀ ਚਾਹੀਦੀ ਹੈ। ਜਾਂ ਮੂਲੀ ਥੋੜ੍ਹੀ ਜਿਹੀ ਅਵੋਇਡ ਕਰੋ, ਜਾਂ ਗਾਜਰ ਹੈ ਉਹ ਥੋੜ੍ਹੀ ਕਿਉਂਕਿ ਉਹ ਥੋੜ੍ਹਾ ਪੇਟ ਉਸ ਵੇਲੇ ਡਾਈਜੈਸਟ ਕਰਨ ਦੇ ਮੂਡ 'ਚ ਨਹੀਂ ਹੁੰਦਾ। ਸੋ ਇਸ ਕਰਕੇ ਉਹ ਅਗਰ ਕੋਈ ਜਿਹੜੇ ਫਲ ਸਬਜ਼ੀਆਂ ਖਾਣੇ ਤਾਂ ਉਹ ਖਾਓ ਜਿਹੜੇ ਸੌਫਟ ਨੇ ਬਿਲਕੁਲ, ਜਿਹਨਾਂ ਨੂੰ ਡਾਈਜੈਸਟ ਕਰਨ 'ਚ ਕੋਈ ਬਹੁਤ। ਬਾਕੀ ਆਪਣੇ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡਾ ਜਿਹੜਾ ਬਾਡੀ ਅਗਰ ਇੰਡੀਕੇਸ਼ਨ ਦੇ ਰਹੀ ਹੈ ਕਿ ਤੂੰ ਭੁੱਖ ਨਹੀਂ ਲੱਗ ਰਹੀ ਤੈਨੂੰ ਤਾਂ ਖਾਣ ਨੂੰ ਜੀ ਨਹੀਂ ਕਰ ਰਿਹਾ, ਫਿਰ ਨਹੀਂ ਖਾਣਾ। ਬਾਡੀ ਇੰਡੀਕੇਸ਼ਨ ਦੇ ਦਿੰਦੀ ਤੁਹਾਨੂੰ ਤੁਹਾਡੇ ਉੱਦਾਂ ਦੇ ਟੇਸਟ ਕਰ ਦਿੰਦੀ ਹੈ ਜਿੱਦਾਂ ਦਾ ਮੌਸਮ ਦਾ। ਤੁਸੀਂ ਸੋਚ ਕੇ ਦੇਖੋ, ਆਪਾਂ ਗਰਮ ਮੂੰਗਫਲੀ ਖਾਂਦੇ ਹਾਂ, ਤੁਸੀਂ ਗਰਮੀ 'ਚ ਖਾ ਕੇ ਦਿਖਾ ਦਿਓ ਮੈਨੂੰ, ਤੁਹਾਡਾ ਜੀ ਨਹੀਂ ਕਰੇਗਾ। ਇਹਦਾ ਮਤਲਬ ਕੀ ਹੈ ਕਿ ਬਾਡੀ ਤੁਹਾਡੇ ਨਾਲੋਂ ਜ਼ਿਆਦਾ ਇੰਟੈਲੀਜੈਂਟ ਹੈ। ਬਾਡੀ ਦੀ ਇੰਟੈਲੀਜੈਂਸ ਦੇ ਹਿਸਾਬ ਨਾਲ ਸਰਦੀਆਂ 'ਚ ਮੂੰਗਫਲੀ ਦੀਆਂ ਨਹੀਂ ਲੱਗਦੀਆਂ ਨਾ, ਗਰਮ ਦੀਆਂ। ਗਰਮੀਆਂ ਤਾਂ ਨਹੀਂ ਲੱਗਦੀਆਂ ਕਿਉਂਕਿ ਤੁਹਾਡਾ ਜੀ ਨਹੀਂ ਕਰਦਾ ਮੂੰਗਫਲੀ ਖਾਣ ਨੂੰ। ਗੱਚਕ ਤੁਸੀਂ ਗਰਮੀਆਂ 'ਚ ਖਾ ਕੇ ਦਿਖਾ ਦਿਓ ਮੈਨੂੰ, ਨਹੀਂ ਖਾਈ ਜਾਂਦੀ। ਸੋ ਇਹ ਬਾਡੀ ਦੀ ਇੰਟੈਲੀਜੈਂਸ, ਬਾਡੀ ਦੇ ਅੰਦਰਲੀ ਆਵਾਜ਼ ਨੂੰ ਸੁਣਨ ਦਾ ਜਿਹੜਾ ਨਾ ਉਹ ਅਸਲ ਵਿੱਚ ਅੱਜ ਕੱਲ੍ਹ ਜਿਹੜੀ ਮਾਡਰਨ ਪੀੜ੍ਹੀ ਹੈ ਉਹ ਧੱਕੜ ਬਹੁਤ ਹੋ ਗਈ ਹੈ। ਪੁਰਾਣੇ ਬਜ਼ੁਰਗ ਜਿਹੜੇ ਸੀ ਇਹ ਸਾਰੀਆਂ ਗੱਲਾਂ ਨੂੰ ਕੁਦਰਤੀ ਭਾਸ਼ਾ ਨੂੰ ਜ਼ਿਆਦਾ ਸਮਝਦੇ ਸੀਗੇ ਅਤੇ ਕੁਦਰਤੀ ਜ਼ਿਆਦਾ ਭਾਸ਼ਾ ਨੂੰ ਮੰਨਦੇ ਸੀਗੇ, ਅਤੇ ਜਾਨਵਰ ਉਸ ਤੋਂ ਜ਼ਿਆਦਾ ਮੰਨਦੇ ਆ। ਤੁਸੀਂ ਜਾਨਵਰਾਂ ਦਾ ਸੋਚ ਕੇ ਦੇਖੋ ਵੀ ਜਾਨਵਰ ਜਦੋਂ ਬਿਮਾਰ ਹੁੰਦੇ ਕੀ ਕਰਦੇ ਆ, ਸਭ ਤੋਂ ਜ਼ਿਆਦਾ ਕਰਨਗੇ ਉਹ ਕਿ ਉਹ ਖਾਣਾ ਪੀਣਾ ਬੰਦ ਕਰ ਦੇਣਗੇ। ਸਭ ਤੋਂ ਪਹਿਲਾ ਕੰਮ ਹੀ ਉਹ ਕਰਨਗੇ, ਖਾਣਾ ਪੀਣਾ ਬੰਦ ਕਰ ਦੇਣਗੇ। ਇਹਨਾਂ ਦਾ ਘਾਹ ਖਾਣ, ਹਾਂ, ਜੇ ਈਵਨ ਸ਼ੇਰ ਤੱਕ ਵੀ, ਬਿੱਲੀ, ਕੁੱਤਾ, ਉਹ ਆਪਣਾ ਨੋਰਮਲ ਫੂਡ ਛੱਡ ਕੇ ਉਹ ਗ੍ਰਾਸ 'ਤੇ ਆ ਜਾਂਦੇ ਆ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਹੈ ਆਪਣੇ ਬਾਡੀ ਦੀ ਲੈਂਗੁਏਜ ਸੁਣਨ ਦਾ ਉਹ ਵੀ ਜ਼ਰੂਰ ਚੱਲਣਾ ਚਾਹੀਦਾ। ਤਾਂ ਇਹ ਜਿਹੜੇ ਵਰਤਾਰੇ ਨੇ ਇਹ ਆਪਾਂ ਨੂੰ ਫੋਲੋ ਕਰਨੇ ਚਾਹੀਦੇ ਆ। ਬਾਕੀ ਕੁਛ ਚੀਜ਼ਾਂ ਦੀਆਂ ਨੇ, ਕੁਛ ਲੋਕਲਾਈਜ਼ਡ ਨੇ, ਜਿੱਦਾਂ ਮਤਲਬ ਪੇਟ ਦੁਖ ਰਿਹਾ ਤਾਂ ਪੇਟ ਦੁਖਣ ਦਾ ਗੋਲੀ ਖਾਣ ਦੀ ਬਜਾਏ ਪੇਟ ਪੱਟੀ ਬੰਨ੍ਹ ਲਓ। ਪੱਟੀ ਕਿਵੇਂ? ਨੈਚੁਰੋਪੈਥੀ ਦੀ ਇੱਕ ਪੇਟ ਪੱਟੀ ਹੁੰਦੀ ਹੈ। ਪੇਟ ਪੱਟੀ ਦੇ ਉੱਪਰ ਕਦੇ ਕਿਸੇ ਦਿਨ ਆਪਾਂ ਜਦੋਂ ਟੈਕਨੀਕਸ ਦੀ ਗੱਲ ਕਰਾਂਗੇ ਡਿਟੇਲ 'ਚ ਵੀ ਗੱਲ ਕਰ ਲਾਂਗੇ ਪੇਟ ਪੱਟੀ ਕਿੱਦਾਂ ਬੰਨ੍ਹਣੀ ਹੈ।
ਪੇਟ ਪੱਟੀ ਦੋ ਤਰ੍ਹਾਂ ਦੀ, ਇੱਕ ਤਾਂ ਗਰਮ ਤੇ ਠੰਡੀ ਆਲਟਰਨੇਟ ਕਰ ਲਈਦੀ ਹੈ, ਵੀ ਇੱਕ ਪਾਸੇ ਤੁਸੀਂ ਗਰਮ ਪਾਣੀ ਰੱਖ ਲਓ, ਇੱਕ ਪਾਸੇ ਠੰਡਾ ਪਾਣੀ ਰੱਖ ਲਓ, ਕਿੰਨਾ ਕੁ ਗਰਮ ਤੇ ਕਿੰਨਾ ਕੁ ਠੰਡਾ? ਸਹਿਣ ਜੋਗਾ, ਸਿਆ ਜਾ ਸਕੇ, ਸਹਿਣ ਜੋਗਾ। ਤੇ ਉਹ ਜਿਹੜਾ ਪਹਿਲਾਂ ਗਰਮ ਪਾਣੀ ਦਾ ਤੌਲੀਆ ਭਿਓ ਕੇ ਪੇਟ 'ਤੇ ਰੱਖੋ, ਜਦੋਂ ਉਹ ਗਰਮ ਲੱਗਣੋਂ ਹਟ ਜਾਵੇ ਉਦੋਂ ਉਸ ਤੋਂ ਬਾਅਦ ਠੰਡਾ ਰੱਖ ਲਓ। ਡਾਈਜੈਸ਼ਨ ਦੇ ਵਿੱਚ ਵੀ ਇਹ ਕੰਮ ਕਰਦੀ ਹੈ, ਮਤਲਬ ਤੇਜ਼ਾਬ, ਗੈਸ, ਕੁਛ? ਪੇਟ ਦੀ ਕੋਈ ਵੀ ਬਿਮਾਰੀ ਹੈ ਆਲਟਰਨੇਟ ਗਰਮ ਤੇ ਠੰਡੇ ਪਾਣੀ ਦੀ ਪੱਟੀ ਜਿਹੜੀ ਹੈ ਉਹ ਕਰਦੀ ਹੈ। ਤੇ ਐਂਡ 'ਚ ਜਾ ਕੇ ਤਾਜ਼ੇ ਪਾਣੀ ਦੀ ਪੱਟੀ ਭਿਉਂ ਕੇ 2.5 ਮੀਟਰ ਦੀ, ਉਹਨੂੰ ਆਲੇ ਦੁਆਲੇ ਪੇਟ ਦੇ ਆਲੇ ਦੁਆਲੇ ਲਪੇਟ ਕੇ ਉਹਦੇ ਉੱਪਰ ਸੁੱਕਾ ਕੱਪੜਾ ਬੰਨ੍ਹ ਕੇ ਫਿਰ ਆਪਣਾ ਕੰਮ ਕੁਮ ਕਰੀ ਜਾਓ। ਉਹ ਵੀ ਆਪਣੇ ਆਪ 'ਚ ਬਹੁਤ ਵੰਡਰਫੁਲ ਰੋਲ ਪਲੇ ਕਰਦੀ ਹੈ। ਤਾਜ਼ੇ ਪਾਣੀ ਦੀ ਪੱਟੀ ਜਿਹੜੀ ਉਹ 2.5 ਮੀਟਰ ਦੀ ਲੰਬੀ ਪੱਟੀ ਹੁੰਦੀ ਆ, ਉਹ ਪੇਟ ਦੇ ਆਲੇ ਦੁਆਲੇ ਲਪੇਟ ਲਈਦੀ ਆ, ਉਹਨੂੰ ਉੱਪਰ ਥੋੜ੍ਹਾ ਹਲਕਾ ਜਿਹਾ ਬੰਨ੍ਹ ਲਈਦਾ ਜਾਂ ਕੋਈ ਟੇਪ ਲਾ ਲਈਦੀ ਹੈ, ਤਾਂ ਕਿ ਉੱਤੋਂ ਕੱਪੜੇ ਪਾ ਕੇ ਆਪਣਾ ਕੰਮ ਵੀ ਕਰੀ ਜਾਓ। ਪੇਟ ਪੱਟੀ ਬਹੁਤ ਵੰਡਰਫੁਲ ਟੂਲ ਹੈ। ਉਸ ਤੋਂ ਬਾਅਦ ਬੁਖਾਰ ਮੰਨ ਲਓ ਤੁਸੀਂ ਬਹੁਤ ਜ਼ਿਆਦਾ ਉਤਾਰਨਾ ਹੈ, ਤਾਂ ਉਹਦੇ ਵਾਸਤੇ ਆਪਾਂ ਦੂਜਾ ਸਪੰਜਿੰਗ ਕਹਿੰਦੇ ਉਹਨੂੰ, ਸਪੰਜਿੰਗ ਨਾਰਮਲ ਵਾਟਰ, ਟੇਪ ਵਾਟਰ ਸਪੰਜਿੰਗ ਕਰ ਦਿੰਦੇ ਆਪਾਂ। ਸਪੰਜਿੰਗ ਦਾ ਬੜਾ ਸਿੰਪਲ ਜਿਹਾ ਤਰੀਕਾ ਕਿ ਤੁਸੀਂ ਚਾਰ ਪੱਟੀਆਂ ਬਣਾਓ, 2 ਪਿੰਜਣੀਆਂ 'ਤੇ, ਇੱਕ ਮੱਥੇ 'ਤੇ, ਚੌਥੀ ਪਾਣੀ 'ਚ, ਅਤੇ ਉਹਨੂੰ ਰੋਟੇਟ ਕਰੀ ਜਾਓ 3 ਥਾਵਾਂ ਨੂੰ। ਅਤੇ ਤਿੰਨੋਂ ਥਾਵਾਂ ਹੀ ਬਹੁਤ ਤੁਹਾਨੂੰ ਸਕੂਨ ਦੇ ਦਿੰਦੀਆਂ ਨੇ। ਮੱਥੇ ਦੀ ਪੱਟੀ ਤੁਸੀਂ ਦੇਖਿਆ ਹੋਣਾ ਪੁਰਾਣੀਆਂ ਫਿਲਮਾਂ 'ਚ ਵੀ, ਜਦੋਂ ਬੁਖਾਰ ਹੁੰਦਾ ਮੱਥੇ 'ਤੇ ਪੱਟੀ ਕਰਦੇ ਸੀਗੇ, ਬੜੀ ਪੁਰਾਣੀ ਟੈਕਨੀਕ ਹੈ, ਕੋਈ ਨਵੀਂ ਨਹੀਂ ਅੱਜ ਦੀ। ਮੱਥੇ 'ਤੇ ਪੱਟੀ ਰੱਖੀ ਜਾਂਦੀ ਸੀ। ਮੇਰੀ ਮਾਂ ਮਤਲਬ ਆਪਣਾ ਤੀਬਰ ਰੋਗ ਦੇ ਅੰਦਰ ਬੁਖਾਰ ਚੜੇ 'ਚ ਸਭ ਤੋਂ ਜ਼ਿਆਦਾ ਸੇਵਾ ਦਾ ਜਿਹੜਾ ਸਿੰਬਲ ਬਣਿਆ ਹੋਇਆ, ਚਿੰਨ੍ਹ ਬਣਿਆ ਹੋਇਆ, ਉਹ ਹੈ ਮੱਥੇ 'ਤੇ ਪੱਟੀ। ਤਾਂ ਉਹ ਮੱਥੇ 'ਤੇ ਪੱਟੀ 'ਤੇ 2 ਪਿੰਜਣੀਆਂ ਨੰਗੇ ਕਰਕੇ ਪੱਟੀ, ਤਾਂ ਉਹ ਪੱਟੀ ਕਰ ਸਕਦੇ ਹਾਂ। ਸਿਮਿਲਰਲੀ ਮੰਨ ਲਓ ਪੇਟ ਦੁਖ ਰਿਹਾ, ਅਜਵਾਇਣ ਖਾਣਾ ਪੇਟ ਦੁਖਣ ਵਾਸਤੇ ਵੰਡਰਫੁਲ ਟੂਲ ਹੈ। ਅਜਵਾਇਣ ਹੁਣ ਬਹੁਤ ਇਸੇ 'ਤੇ ਬਹੁਤ ਲੋਕਾਂ ਨੇ ਬਾਬੇ ਰਾਮਦੇਵ ਨੇ ਜਿਹੜੀ ਅਜਵਾਇਣ ਬਣਾਤੀ ਹੈ, ਉਹਦੇ ਜਿਹੜੀ ਖਾਣ ਵਾਲੀ, ਉਹ ਟੇਸਟੀ ਵੀ ਬਹੁਤ ਹੈ। ਉਹ ਤੁਸੀਂ ਚਮਚਾ ਭਰ ਕੇ ਗਰਮ ਪਾਣੀ ਨਾਲ ਖਾਓ, ਨਾਲ ਦੀ ਨਾਲ ਪੇਟ ਦੁਖਣਾ ਹਟ ਜਾ, ਠੀਕ ਹੋ ਜਾਂਦਾ। ਇਸੇ ਤਰ੍ਹਾਂ ਤੁਹਾਡਾ ਆ ਗਿਆ, ਤੁਹਾਡਾ ਤੁਸੀਂ ਨਜ਼ਲਾ ਹੈ ਤਾਂ ਨਜ਼ਲਾ ਤਾਂ ਗਰਾਰੇ ਕਰੋ। ਮੰਨ ਲਓ ਤੁਸੀਂ ਵਾਇਰਲ ਹੋ ਗਿਆ, ਤੁਹਾਨੂੰ ਵਾਇਰਲ ਬੁਖਾਰ ਹੋ ਗਿਆ, ਤਾਂ ਗਰਾਰੇ ਵੰਡਰਫੁਲ ਟੂਲ ਨੇ। ਗਰਾਰੇ ਕਾਹਦੇ ਕਰਨੇ ਆ? ਨਮਕ ਤੇ ਹਲਦੀ ਵਾਲੇ। ਪੌਣਾ ਚਮਚ ਨਮਕ ਪਾਓ, ਅੱਧਾ ਚਮਚ ਹਲਦੀ ਪਾਓ, ਗਰਮ ਪਾਣੀ ਦਾ ਗਲਾਸ ਲਾਓ, ਜਿੰਨਾ ਮੂੰਹ 'ਚ ਲਿਆ ਜਾ ਸਕਦਾ, ਜਿੰਨਾ ਗਰਮ, ਅਤੇ ਉਹਦੇ ਗਰਾਰੇ ਕਰ ਲਓ। ਪੌਣਾ ਚਮਚ ਨਮਕ, ਅੱਧਾ ਚਮਚ ਹਲਦੀ, ਤੇ ਉਹਦੇ 'ਚ ਗਰਾਰੇ ਕਰ ਲਓ। 2 ਵਾਰੀ ਕਰ ਲਓ, ਸੁਬਹ ਸਵੇਰੇ ਕਰ ਲਓ, ਸ਼ਾਮ ਨੂੰ ਕਰ ਲਓ, 2 ਵਾਰੀ ਗਰਾਰੇ ਕਰ ਲਓ। ਫਿਰ ਭਾਫ਼ ਲੈਣਾ, ਵੰਡਰਫੁਲ ਟੂਲ ਹੈ। ਭਾਫ਼ ਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀਆਂ ਸਕ੍ਰੀਸ਼ਨ ਡਰਾਈ ਹੋ ਰਹੀਆਂ ਹੁੰਦੀਆਂ ਨੇ, ਸੁੱਕੇ ਜਿਵੇਂ ਫਸ ਜੀ ਜਾਂਦੀ ਬਲਗਮ, ਉਹ ਲਿਕੁਇਡ ਹੋ ਕੇ ਨਿਕਲ ਜਾਂਦੀ ਬਾਹਰ। ਸੋ ਸਾਡਾ ਕਿਉਂਕਿ ਸਾਡਾ ਸਾਹ ਪ੍ਰਣਾਲੀ ਦੇ ਅੰਦਰ ਬਲਗਮ ਜੰਮਣ ਦੀ ਕੋਸ਼ਿਸ਼ ਕਰਦੀ ਹੈ, ਉਹਨੂੰ ਖਾਂਸੀ ਨੂੰ ਰੋਕਣ ਦੀ ਬਜਾਏ ਉਸ ਬਲਗਮ ਨੂੰ ਬਾਹਰ ਕੱਢਣਾ ਹੁੰਦਾ, ਉਹਨੂੰ ਰੋਕਣਾ ਨਹੀਂ ਹੁੰਦਾ ਅੰਦਰ, ਕਿਉਂ ਰੋਕੇਗੀ ਤਾਂ ਫਿਰ ਉਹ ਸਾਹ ਪ੍ਰਣਾਲੀ ਨੂੰ ਖਰਾਬ ਕਰੇਗੀ। ਤਾਂ ਜਿੰਨੀ ਬਲਗਮ ਨਿਕਲੇ ਵੱਧ ਤੋਂ ਵੱਧ ਉਹਨੂੰ ਕੱਢਣੀ ਚਾਹੀਦੀ ਹੈ। ਸੋ ਖਾਂਸੀ ਤੋਂ ਨਹੀਂ ਡਰਨਾ, ਛਿੱਕਾਂ ਤੋਂ ਨਹੀਂ ਡਰਨਾ, ਨੱਕ ਦੇ ਰੇਸ਼ੇ ਤੋਂ ਨਹੀਂ ਡਰਨਾ। ਇਹ ਕੁਦਰਤ ਦੀ ਭਾਸ਼ਾ ਨੇ। ਨੱਕ ਵਗਣ ਦਿਓ, ਖਾਂਸੀ ਆਉਂਦੀ ਆਉਣ ਦਿਓ, ਛਿੱਕਾਂ ਆਉਂਦੀਆਂ ਆਉਣ ਦਿਓ, ਲੇਕਿਨ ਉਹਨਾਂ ਨੂੰ ਉਲਟਾ ਐਕਸਪੀਰੀਏਟ ਕਰੋ। ਇੱਦਾਂ ਦੀ ਚੀਜ਼ਾਂ ਲਓ ਕਿ ਉਹ ਜੋ ਜੰਮਿਆ ਹੋਇਆ ਅੰਦਰ ਉਹ ਨਿਕਲ ਜਾਵੇ। ਨੱਕ ਤੋਂ ਲੈ ਕੇ ਫੇਫੜਿਆਂ ਤੱਕ ਜੇ ਕੋਈ ਜੰਮ ਰਹੀ ਆ ਤਾਂ ਉਹ ਨਿਕਲ ਜਾਵੇ। ਉਹਦੇ ਨਾਲ ਤੁਸੀਂ ਪਾਓਗੇ ਕਿ ਤੁਹਾਡੀ ਖਾਂਸੀ ਵੀ ਘਟ ਜਾਏਗੀ। ਜਦੋਂ ਹੀ ਉਹ ਨਿਕਲੇਗਾ ਬਾਹਰ ਸਾਰਾ ਕੁਝ, ਤਾਂ ਭਾਫ਼ ਲੈਣਾ। ਇੱਕ ਸੁੰਡ ਦਾ ਵਰਤਾਰਾ ਅਸੀਂ ਬਹੁਤ ਰਿਕਮੈਂਡ ਕਰ ਰਹੇ ਹਾਂ। ਇਹ ਅਸੀਂ ਵੈਸੇ ਇਸ ਸਾਲ ਤੋਂ ਸ਼ੁਰੂ ਕੀਤਾ। ਸੁੰਡ ਕੱਪੜ ਛਾਣ ਕੀਤੀ ਹੋਈ ਸੁੰਡ ਜਿਹੜੀ ਹੈ ਮਾਰਕੀਟ 'ਚ ਮਿਲਦੀ ਹੈ, ਉਹਦੀ ਇੱਕ ਚੁਟਕੀ ਵੀ ਨਹੀਂ, ਕਣਕ ਦੇ ਦਾਣੇ ਜਿੰਨੀ, ਇੱਕ ਨੱਕ 'ਚੋਂ ਖਿੱਚ ਲਓ, ਨਸਵਾਰ ਵਾਂਗੂ ਇੱਕ ਚੁਟਕੀ ਦੂਜੇ 'ਚੋਂ ਖਿੱਚ ਲਓ, ਖਿੱਚ ਕੇ ਨੱਕ ਮਲ ਲਓ। ਨਹੀਂ, ਛਿੱਕਾ ਇੰਨੀ ਜ਼ਿਆਦਾ ਇਰੀਟੇਟ ਨਹੀਂ ਹੈਗੀ, ਜਦੋਂ ਬਹੁਤ ਵਾਰੀ ਲੈ ਕੇ ਦੇਖੀ ਹੈ। ਬਸ ਹਲਕੀ ਜੀ ਖੁਜਲੀ ਜੀ ਹੁੰਦੀ ਹੈ, ਇੱਕ ਅੱਧੀ ਛਿੱਕ ਆ ਸਕਦੀ ਹੈ, ਬਹੁਤ ਜ਼ਿਆਦਾ ਨਹੀਂ ਹੁੰਦੀ। ਤਾਂ ਉਹ ਨੱਕ 'ਚੋਂ ਪਾਣੀ ਜਾਂ ਥੋੜ੍ਹਾ ਜਿਹਾ ਆਊਗਾ, 2-4 ਬੂੰਦਾਂ ਪਾਣੀ ਆਊਗਾ, ਤਾਂ ਉਹ ਜਿਹੜਾ ਨੱਕ ਦੇ ਅੰਦਰ ਫੈਲ ਜਾਏਗਾ, ਉਹ ਤੁਹਾਡੇ ਨੱਕ ਦੇ ਅੰਦਰ ਬਹੁਤ ਕਮਾਲ ਦਾ ਇੱਕ ਤੁਹਾਡਾ ਬਾਡੀਗਾਰਡ ਬਣ ਜਾਏਗਾ। ਅਤੇ ਇਹ ਤਾਂ ਦੋ ਨਸਵਾਰ ਵਾਲਾ ਕੰਮ ਕਰਨਾ ਹੁੰਦਾ, ਖਾਲੀ ਪੇਟ ਕਰਨਾ ਹੁੰਦਾ। ਅਤੇ ਇੱਕ ਇਸੇ ਸੁੰਡ ਨੂੰ ਚੌਥਾ ਹਿੱਸਾ ਚਮਚ ਨੂੰ ਜੀਭ 'ਤੇ ਰੱਖ ਲਓ, ਅਤੇ ਰੱਖੋ ਜੀਭ 'ਤੇ, ਉੱਥੇ ਘੋਲ ਦਿਓ। ਤੁਹਾਡਾ ENT ਦਾ ਪਹਿਲਾ ਡਿਫੈਂਸ ਸਿਸਟਮ ਸਟਰੋਂਗ ਹੋ ਜਾਏਗਾ। ਪਹਿਲਾ ਬਾਡੀਗਾਰਡ ਹੈ ਤੁਹਾਡਾ ਇੱਥੇ ਹੈ। ਤੁਹਾਡਾ ਹਵਾ ਜਦੋਂ ਅੰਦਰ ਜਾ ਰਹੀ ਹੈ ਤਾਂ ਉਹਦਾ ਪਹਿਲਾ ਬਾਡੀਗਾਰਡ ਇੱਥੇ ਬੈਠਾ। ਨੱਕ ਨਾਲ ਨੱਕ ਵਾਲਾ ਹੋ ਗਿਆ, ਨਸਵਾਰ ਲੈਣ ਨਾਲ, ਅਤੇ ਮੂੰਹ 'ਚ ਰੱਖਣ ਨਾਲ ਮੂੰਹ ਵਾਲਾ ਸਾਰਾ ਸਿਸਟਮ ਹੋ ਗਿਆ। ਤਾਂ ਸੁੰਡ ਇੱਕ ਵੰਡਰਫੁਲ ਟੂਲ ਹੈ। ਸੁੰਡ ਜਿਹੜੀ ਹੈ ਡਰਾਈਡ, ਜੋ ਅਦਰਕ ਨੂੰ ਸੁੱਕੀ ਅਦਰਕ ਕਹਿੰਦੇ ਉਹਦਾ ਪਾਊਡਰ ਹੁੰਦਾ, ਤਾਂ ਉਹ ਹੈ ਅਦਰਕ। ਅਦਰਵਾਈਜ਼ ਵੀ ਵੈਸੇ ਬਹੁਤ ਯੂਜ਼ਫੁਲ ਹੈ। ਤੁਹਾਨੂੰ ਮੈਂ ਰੋਕਾਂਗਾ। ਮੰਨ ਲਓ ਇੱਕ ਆਪਣੇ ਪਰਿਵਾਰ ਦੇ ਵਿੱਚ ਕਿਸੇ ਨੂੰ ਇੱਕ ਵਾਇਰਲ ਬੁਖਾਰ ਹੋ ਗਿਆ। ਅਕਸਰ ਕਿਹਾ ਜਾਂਦਾ ਕਿ ਵਾਇਰਲ ਬੁਖਾਰ ਜਿਹੜਾ ਕਿਸੇ ਨੂੰ ਹੋ ਜਾਵੇ ਉਹ ਦੂਜੇ ਨੂੰ ਵੀ ਹੁੰਦਾ, ਪਰਿਵਾਰ ਦੇ ਵਿੱਚ ਹੋਰਾਂ ਨੂੰ ਵੀ ਹੁੰਦਾ। ਅਤੇ ਜੇਕਰ ਇੱਕ ਨੂੰ ਹੋ ਗਿਆ
ਤਾਂ ਕੀ ਉਹ ਨਾਲ ਦਾ ਜਿਹੜਾ ਉਹਦਾ ਹੋਏਗਾ, ਯਾਨੀ ਪਤੀ ਨੂੰ ਹੋ ਗਿਆ ਜਾਂ ਮਾਂ ਨੂੰ ਹੋ ਗਿਆ ਜਾਂ ਕਿਸੇ ਨੂੰ ਹੋ ਗਿਆ, ਉਹ ਨਾਲ ਦਾ ਆਪਣੇ ਨੱਕ ਦੇ ਵਿੱਚ ਨਸਵਾਰ ਤੇ ਮੂੰਹ ਦੇ ਵਿੱਚ ਉਹ ਸੁੰਡ ਰੱਖ ਲੇਗਾ ਤਾਂ ਉਹ ਪ੍ਰੋਟੈਕਟਿਡ ਹੋ ਜਾਏਗਾ। ਬਿਲਕੁਲ ਬਿਲਕੁਲ, ਉਹਨੂੰ ਮਾਈਲਡ ਹੋਏਗਾ ਜਾਂ ਨਹੀਂ ਹੋਏਗਾ। ਜੇ ਐਡਵਾਂਸ ਹੀ ਕਰਨਾ ਸ਼ੁਰੂ ਕਰ ਦੇਗਾ ਸਾਰਾ ਕੁਝ ਇਹ, ਤਾਂ ਉਹਨੂੰ ਸਿੰਪਟਮ ਜਾਂ ਤਾਂ ਉਸ ਤੋਂ ਹਲਕੇ ਫੁਲਕੇ ਹੋਣਗੇ ਜਾਂ ਨਹੀਂ ਹੋਣਗੇ। ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਜਿਹੜੀ ਪਹਿਲ ਹੈ ਨਾ, ਪਹਿਲ ਬਹੁਤ ਜ਼ਰੂਰੀ ਹੁੰਦੀ ਹੈ। ਜੇ ਤੁਸੀਂ ਪਹਿਲਾਂ ਹੀ ਆਪਣੀ ਬਾਡੀ ਨੂੰ ਠੀਕ ਰੱਖਿਆ ਤਾਂ ਤੁਹਾਨੂੰ ਬਿਮਾਰੀਆਂ ਹੁੰਦੀਆਂ ਹੀ ਨਹੀਂ ਹੈ। ਪਹਿਲ ਜਿਹੜੀ ਹੈ ਉਹ ਬੜੀ ਕਮਾਲ ਦੀ ਚੀਜ਼ ਹੁੰਦੀ ਆ। ਅਤੇ ਉਹ ਪਹਿਲ ਦੀ ਤਾਂ ਕਹਾਣੀ ਯਾਦ ਆ ਜਾਂਦੀ ਮੈਨੂੰ, ਉਹ ਬੜੀ ਪੁਰਾਣੀ ਕਹਾਣੀ ਹੁੰਦੀ ਸੀ ਜਿਹੜੀ ਗਧੇ ਵਾਲੀ ਅਤੇ ਗਧੇ ਦੇ ਮਾਲਕ ਵਾਲੀ। ਵੀ ਵੈਦ ਨੇ ਉਹਨੂੰ ਕਹਿ ਦਿੱਤਾ ਵੀ ਤੂੰ ਇੱਦਾਂ ਗਧਾ ਬਿਮਾਰ ਹੋ ਗਿਆ ਤਾਂ ਵੈਦ ਕੋਲ ਗਿਆ। ਉਹਨੇ ਕਿਹਾ ਵੀ ਆਹ ਬੂਟੀ ਰਗੜ ਕੇ ਉਹਦੇ 'ਚ ਪਾਈ ਪਾਈਪ 'ਚ ਜੇ ਨਾਲ 'ਚ, ਅਤੇ ਨਾਲ ਉਹਦੇ ਗਧੇ ਦੇ ਨੱਕ 'ਚ ਰੱਖ ਕੇ ਫੂਕ ਮਾਰਦੀ। ਅਤੇ ਉਹਨੇ ਸਾਰਾ ਕੁਝ ਕੀਤਾ, ਅਤੇ ਇਸ ਤੋਂ ਪਹਿਲਾਂ ਕਿ ਉਹ ਫੂਕ ਮਾਰਦਾ ਗਧੇ ਨੇ ਫੂਕ ਮਾਰਤੀ। ਤਾਂ ਉਹ ਪਹਿਲ ਕਹਾਣੀ ਸੀ। ਤਾਂ ਇੱਥੇ ਤੁਸੀਂ ਪਹਿਲ ਹੈ, ਜੇ ਤੁਸੀਂ ਪਹਿਲ ਕਰ ਗਏ ਤਾਂ ਤੁਹਾਨੂੰ ਵਾਇਰਲ ਬੁਖਾਰ ਤੰਗ ਨਹੀਂ ਕਰੇਗਾ। ਤੀਬਰ ਰੋਗਾਂ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ, ਪਹਿਲ ਸਭ ਤੋਂ ਪਹਿਲੀ ਪਹਿਲ ਕੀ ਹੈ ਕਿ ਜੇ ਤੁਹਾਡਾ ਖਾਣ ਪੀਣ ਰਹਿਣ ਸਹਿਣ ਵਧੀਆ ਹੈ ਤਾਂ ਤੁਹਾਨੂੰ ਵੈਸੇ ਹੀ ਤੀਬਰ ਰੋਗ ਹੁੰਦਾ ਹੀ ਨਹੀਂ ਹੈ। ਭੁੱਲ ਹੀ ਜਾਓਗੇ ਤੁਸੀਂ ਪੇਟ ਨੂੰ ਭੁੱਲ ਜਾਓਗੇ, ਤੁਸੀਂ ਭੁੱਲ ਜਾਓ। ਤੁਹਾਨੂੰ ਅੱਜ ਵੀ ਇਹੋ ਜਿਹੇ ਮਿਲਣਗੇ ਬਜ਼ੁਰਗ ਜਿਹੜੇ ਕਹਿੰਦੇ ਮੈਨੂੰ ਜ਼ਿੰਦਗੀ ਬੁਖਾਰ ਹੀ ਨਹੀਂ ਹੋਇਆ। ਤੁਸੀਂ ਅੱਜ ਵੀ ਮਿਲ ਜਾਂਦੇ ਹੁਣ ਵੀ। ਕਿਉਂ? ਕਿਉਂਕਿ ਉਸ ਵੇਲੇ ਦਾ ਇੰਨਾ ਨੈਚੁਰਲ ਸੀ ਉਹਨਾਂ ਦਾ ਖਾਣਾ ਪੀਣਾ ਕਿ ਉਹਨਾਂ ਨੂੰ ਬੁਖਾਰ ਹੀ ਨਹੀਂ ਸੀ ਹੁੰਦਾ। ਤਾਂ ਉਹ ਜਿਹੜਾ ਪਹਿਲ ਹੈ, ਜੇ ਤੁਸੀਂ ਪਹਿਲ ਕਰ ਗਏ ਅਤੇ ਪਹਿਲ ਕੀ ਕਰਨੀ ਹੈ ਕਿ ਆਪਣਾ ਖਾਣਾ ਪੀਣਾ ਠੀਕ ਰੱਖਣਾ, ਆਪਣਾ ਰਹਿਣ ਸਹਿਣ ਠੀਕ ਰੱਖਣਾ, ਆਪਣੀ ਆਦਤਾਂ ਠੀਕ ਰੱਖਣੀਆਂ ਨੇ। ਕੋਈ ਮਾੜਾ ਨਹੀਂ ਖਾਣਾ, ਕੋਈ ਬਾਹਰੋਂ ਨਹੀਂ ਖਾਣਾ, ਕੋਈ ਜੋ ਵੀ ਮਤਲਬ ਆਪਾਂ ਰਿਕਮੈਂਡ ਕਰਦੇ ਹਾਂ, ਜੋ ਬੰਦਾ ਕਰੀ ਜਾਊਗਾ। ਤਾਂ ਉਹ ਇਸੇ ਤਰ੍ਹਾਂ ਜੇ ਮੰਨ ਲਓ ਘਰ 'ਚ ਇੱਕ ਬੰਦੇ ਨੂੰ ਵਾਇਰਲ ਹੋ ਗਿਆ ਤਾਂ ਦੂਜੇ ਪਹਿਲੇ ਨਾਲ ਦੀ ਨਾਲ ਦੂਜੇ ਪ੍ਰੀਕਾਸ਼ਨ ਲੈਣੀ ਸ਼ੁਰੂ ਕਰ ਦਿਓ। ਲੇਕਿਨ ਆਹ ਜਿਹੜੀਆਂ ਪ੍ਰੀਕਾਸ਼ਨ ਨਹੀਂ ਕਹਿ ਰਹੇ, ਇਹ ਲੈਣ ਦੀ ਲੋੜ ਨਹੀਂ ਹੁੰਦੀ। ਮੈਂ ਬੜੀਆਂ ਵਾਹਿਯਾਤ ਪ੍ਰੀਕਾਸ਼ਨ ਕਹਿ ਰਹੇ ਹਾਂ ਵੀ ਘਰੋਂ ਬੰਦੇ ਨੂੰ ਘਰ 'ਚ ਕਮਰੇ 'ਚ ਬੰਦ ਕਰ ਦਿਓ ਜੀ, ਮਾਸਕ ਲਾ ਲਓ ਜੀ, ਇਹ ਕਰ ਲਓ ਜੀ, ਉਹ ਕੁਛ ਨਹੀਂ, ਬਕਵਾਸਬਾਜੀ ਸਾਰੀ ਹੈ। ਬੜੀ ਇੰਪੋਰਟੈਂਟ ਚੀਜ਼ ਹੈ। ਅੱਜ ਕੱਲ੍ਹ ਜਿਹੜਾ ਇਹ ਗੱਲ ਕੀਤੀ ਜਾ ਰਹੀ ਹੈ ਵੀ ਤੁਸੀਂ ਭੀੜ ਭਾੜ ਦੇ ਵਿੱਚ ਨਹੀਂ ਜਾਣਾ, ਤੁਸੀਂ ਤੁਹਾਨੂੰ ਜਿਹੜਾ ਮਾਸਕ ਲਾਉਣਾ, ਬੜੀ ਪ੍ਰੋਟੈਕਸ਼ਨ ਕਰਨੀ ਹੈ, ਇਹ ਕਰਨਾ ਉਹ ਕਰਨਾ, ਉਹਦੀ ਬਜਾਏ ਜੇ ਕਿਤੇ ਨਿਕਲਣ ਤੋਂ ਪਹਿਲਾਂ ਬੰਦਾ ਨਸਵਾਰ ਲੈ ਲੇ ਉਹੀ ਵਾਲੀ ਸੁੰਡ ਦੀ, ਅਤੇ ਮੂੰਹ ਦੇ ਵਿੱਚ ਉਹ ਰੱਖ ਲਵੇ ਆਪਣਾ ਸੁੰਡ ਜੀਭ ਦੇ ਵਿੱਚ, ਤਾਂ ਕੀ ਉਹ ਜਿੱਥੇ ਮਰਜ਼ੀ ਜਾਵੇ ਪ੍ਰੋਟੈਕਟਡ ਰਹੇਗਾ। ਬਿਲਕੁਲ। ਪਹਿਲੀ ਗੱਲ ਤਾਂ ਆਪਾਂ ਕੁਲਵੰਤ ਜੀ ਦੋ ਚੀਜ਼ਾਂ ਬੜੀਆਂ ਕਲੀਅਰ ਕਰਦੀ ਹੈ ਕਿ ਰੈਸਪੀਰੇਟਰੀ ਵਾਇਰਸ ਦੀ ਸਪਰੈਡ ਨੂੰ ਦੁਨੀਆ ਦੀ ਕੋਈ ਸ਼ਕਤੀ ਰੋਕ ਨਹੀਂ ਸਕਦੀ। ਤਾਂ ਇਹਨੂੰ ਰੋਕਣ ਦੀ ਕੋਸ਼ਿਸ਼ ਕਰਨੀ ਅਨਨੈਸੈਸਰੀ, ਆਪਣੇ ਆਪ ਨੂੰ ਬੇਵਕੂਫ ਬਣਾਉਣਾ। ਯੂ ਆਰ ਜਸਟ ਬੀ ਫੂਲਿੰਗ ਯੂਅਰ ਸੈਲਫ। ਕਿਉਂਕਿ ਰੈਸਪੀਰੇਟਰੀ ਵਾਇਰਸ ਆਪਾਂ ਦੋ ਜਣੇ ਬੈਠੇ ਹਾਂ ਇਸ ਕਮਰੇ 'ਚ, ਆਪਣੀ ਵਾਇਰਸਿਸ ਦੇ ਬੈਕਟੀਰੀਆ ਸਾਂਝੇ ਨੇ। ਕਿਉਂਕਿ ਉਸੇ ਹਵਾ 'ਚ ਤੁਸੀਂ ਲਾ ਰਹੇ ਹੋ, ਸਾਹ ਲੈ ਰਹੇ ਹੋ, ਉਸੇ 'ਚ ਮੈਂ ਲੈ ਰਿਹਾ। ਮੇਰੇ ਅੰਦਰੋਂ ਜਦੋਂ ਮੈਂ ਗੱਲ ਕਰ ਰਿਹਾ ਤਾਂ ਮੇਰੇ ਅੰਦਰੋਂ ਜਿਹੜੇ ਦੋ ਕਿਸਮ ਦੇ ਪਫ ਨਿਕਲ ਰਹੇ ਆ। ਇੱਕ ਵੱਡੇ ਡ੍ਰੌਪ ਨੇ ਜਿਹੜੇ ਕਿ ਮੇਰੇ ਮੂੰਹ 'ਚੋਂ ਨਿਕਲਦੇ ਗਿਰ ਜਾਂਦੇ ਥੱਲੇ, ਜਦੋਂ ਤੁਹਾਡੇ ਮੂੰਹ 'ਤੇ ਗਿਰ ਜਾਣਗੇ ਜਾਂ ਥੱਲੇ ਗਿਰ ਜਾਣਗੇ। ਇੱਕ ਉਸ ਤੋਂ ਵੀ ਵੱਡਾ ਹਿੱਸਾ ਨਿਕਲਦਾ ਭਾਫ ਦੀ ਸ਼ਕਲ। ਜਦੋਂ ਆਪਾਂ ਸਰਦੀਆਂ 'ਚ ਸਾਹ ਲੈਂਦੇ ਹਾਂ ਤਾਂ ਦੇਖਿਆ ਕਿੱਡੀ ਦੂਰ ਤੱਕ ਜਾਂਦੀ ਹੈ। ਜਦੋਂ ਫੂਕ ਮਾਰੋ ਤਾਂ 2-2, 3-3 ਫੁੱਟ ਤੱਕ ਦਿਸਦੀ ਆ ਉਹ ਉਹਨੂੰ ਕਹਿੰਦੇ ਏਰੋਸੋਲ, ਅੰਗਰੇਜ਼ੀ ਨੂੰ ਕਹਿੰਦੇ ਏਰੋਸੋਲ। ਮੇਜਰ ਜਿਹੜਾ ਮੋਡ ਆਫ ਸਪਰੈਡ ਹੁੰਦਾ ਹੈ ਰੈਸਪੀਰੇਟਰੀ ਵਾਇਰਸਿਸ ਦਾ ਜਾਂ ਬੈਕਟੀਰੀਆ ਦਾ, ਉਹ ਹੁੰਦਾ ਏਰੋਸੋਲ। ਏਰੋਸੋਲ ਨਹੀਂ ਦੁਨੀਆ ਦੀ ਕੋਈ ਸ਼ਕਤੀ ਰੋਕ ਨਹੀਂ ਸਕਦੀ। ਤੁਸੀਂ ਜਿੱਥੇ ਵੀ ਜਾਓਗੇ ਤੁਹਾਡੀ ਹਵਾ ਸਾਂਝੀ ਹੈ। ਹਵਾ ਕੁਦਰਤ ਨੇ ਬਣਾਈ ਇਸ ਹਿਸਾਬ ਨਾਲ ਹੋਈ ਹੈ ਕਿ ਤੁਸੀਂ ਕੁਦਰਤ ਹਵਾ ਤੋਂ ਨਹੀਂ ਬਚ ਸਕਦੇ। ਤੁਹਾਡੀ ਖੋਤੇ ਦੀ, ਘੋੜੇ ਦੀ, ਕਿਰਲੀ ਦੀ, ਛਿਪਕਲੀ ਦੀ, ਸਭ ਦੀ ਹਵਾ ਸਾਂਝੀ ਹੈ। ਇਹ ਸਾਇੰਟੀਫਿਕਲੀ ਪ੍ਰੂਵ ਹੈ। ਬੇਸਿਕ ਐਪੀਡੈਮੀਓਲੋਜੀ ਦੀ ਇਹ ਉਹ ਹੈ। ਬੇਸਿਕ ਐਪੀਡੈਮੀਓਲੋਜੀ ਦੀ ਜਿਹੜੀ ਪਹਿਲੀ ABC ਹੈ, ਊੜਾ ਜਿਹੜਾ, ਉਹ ਇਹ ਹੈ ਕਿ ਰੈਸਪੀਰੇਟਰੀ ਵਾਇਰਸ ਦਾ ਜਿਹੜਾ ਮੇਜਰ ਮੋਡ ਆਫ ਸਪਰੈਡ ਹੈ ਉਹ ਏਰੋਸੋਲ ਹੁੰਦਾ। ਉਹਦੇ ਫੋਟੋ ਬਣੀ ਹੋਈ ਸਾਡੀ ਕਿਤਾਬਾਂ 'ਚ, ਉਸ ਏਰੋਸੋਲ ਦੀ ਫੋਟੋ ਬਣੀ ਵੀ ਬੰਦਾ ਗੱਲ ਕਰ ਰਿਹਾ ਤਾਂ ਪਫ ਨਿਕਲ ਕੇ ਹਵਾ 'ਚ ਜਾ ਕੇ ਰਲ ਰਿਹਾ। ਹੁਣ ਦੀ ਪੜ੍ਹਾਈ ਦੇ ਵਿੱਚ ਵੀ ਇਹ ਚੀਜ਼ਾਂ MBBS 'ਚ ਹੀ, ਹਾਂ MBBS 'ਚ ਦੀ ਕਿਤਾਬਾਂ ਦੀ ਫੋਟੋ ਹੈਗੀ ਹੈ। ਅਤੇ ਜੇ ਮੇਰੇ ਮੂੰਹ 'ਤੇ ਮਾਸਕ ਲਾ ਵੀ ਰੱਖੀ ਹੈ ਤਾਂ ਜੇ ਮੇਰੇ ਮੂੰਹ ਜਿਹੜਾ ਪਫ ਨਿਕਲ ਰਿਹਾ ਉਹ ਤਾਂ ਇੱਧਰ ਉੱਧਰੋਂ ਵੀ ਨਿਕਲ ਰਿਹਾ। ਉਹ ਸਿੱਧਾ ਥੋੜ੍ਹਾ ਜ਼ਰੂਰੀ ਹੈ ਵੀ ਮਾਸਕ ਦੇ ਵਿੱਚੋਂ ਹੀ ਨਿਕਲਣਾ। ਮਾਸਕ ਉਹ ਏਅਰ ਟਾਈਟ ਤਾਂ ਹੈ ਨਹੀਂ ਗੀ। ਜੇ ਏਅਰ ਟਾਈਟ ਹੋਵੇ ਫਿਰ ਤਾਂ ਮੈਂ ਸਾਹ ਕਿਵੇਂ ਲਵਾਂਗਾ। ਇਹਦਾ ਮਤਲਬ ਹੈ ਮਾਸਕ ਤਾਂ ਸਿਰਫ ਡ੍ਰੌਪਲੈਟ ਨੂੰ ਰੋਕਣ ਵਾਸਤੇ ਹੈ। ਜੇ ਤੁਸੀਂ ਮਾਸਕ ਲਾਈ ਹੋਈ ਜਾਂ ਮੈਂ ਮਾਸਕ ਲਾਈ ਹੋਈ ਤਾਂ ਮੇਰੇ ਮੂੰਹ 'ਚੋਂ ਡ੍ਰੌਪਲੈਟ ਨਿਕਲ ਕੇ ਤੁਹਾਡੇ ਮੂੰਹ 'ਤੇ ਨਹੀਂ ਗਿਰਨਗੇ ਬਸ। ਲੇਕਿਨ ਡ੍ਰੌਪਲੈਟ ਦਾ ਮੇਜਰ ਮੋਡ ਆਫ ਸਪਰੈਡ ਹੈ ਹੀ ਨਹੀਂ। ਮੇਜਰ ਮੋਡ ਆਫ ਸਪਰੈਡ ਤਾਂ ਏਰੋਸੋਲ ਹੈ। ਸੋ ਏਰੋਸੋਲ ਜਿਹੜੀ ਹੈ ਉਹ ਨਿਕਲਦੀ ਰਹਿੰਦੀ ਹੈ ਅਤੇ ਹਵਾ 'ਚ ਰਲਦੀ ਰਹਿੰਦੀ। ਉਸ ਹਵਾ ਜਿਹੜਾ ਵੀ ਬੰਦਾ ਸਾਹ ਲਏਗਾ ਵਾਇਰਸ ਉਹਦੇ ਅੰਦਰ ਜਾਏਗੀ। ਸੋ ਇਸ ਕਰਕੇ ਰੈਸਪੀਰੇਟਰੀ ਵਾਇਰਸ ਦੀ ਸਪਰੈਡ ਨੂੰ ਦੁਨੀਆ ਦੀ ਕੋਈ ਸ਼ਕਤੀ ਰੋਕ ਨਹੀਂ ਸਕਦੀ। ਤਾਂ ਹੀ ਮੈਂ ਤਾਂ ਪਹਿਲੇ ਦਿਨ ਕਹਿ ਦਿੱਤਾ ਸੀਗਾ। ਨੰਬਰ 2, ਸੋਸ਼ਲ ਡਿਸਟੈਂਸਿੰਗ। ਸੋਸ਼ਲ ਡਿਸਟੈਂਸਿੰਗ ਕਰਨ ਦਾ ਕੋਈ ਤੁਕ ਨਹੀਂ ਹੈ ਕਿਉਂਕਿ ਜਦੋਂ ਹਵਾ ਹੀ ਸਾਂਝੀ ਆ। ਮੰਨ ਲਓ ਮੇਰੀ ਸੋਸ਼ਲ ਡਿਸਟੈਂਸਿੰਗ ਕਰਤੀ ਤੁਸੀਂ 6 ਫੁੱਟ ਤੋਂ ਜ਼ਿਆਦਾ ਕਰਤੀ ਤਾਂ ਫਿਰ 6 ਫੁੱਟ 'ਤੇ ਹਵਾ ਨਹੀਂ ਜਾ ਰਹੀ। ਸੇਮ ਹਵਾ ਜਾ ਰਹੀ ਹੈ। ਤੁਸੀਂ ਮੰਨ ਲਓ 20 ਫੁੱਟ ਦੇ ਕਮਰੇ 'ਚ ਬੈਠੇ ਹੋ,
उस 20 फुट 4 बंदे बैठे 6-6 2 फुट दूर तो मीटिंग दिखाते 6 फुट उदों बच्चे वो बैठा इतने दूर तो हवा तो साझी है एवं अपने बेवकूफ़ बना रहे हैं आप फूल भंगड़ा पाई जा रहे हैं लोगों का मूँह कोई साइंस नहीं है कोई साइंस नहीं है विज्ञान है ही नहीं कोई एक तो यह गल होगी कि दो गल्लां जिहड़ियां ने मास्क ते सोशल डिस्टेंसिंग जिहड़ी है ये अपने आप नूं बेफूल करने वाला काम है इसदा कोई मतलब नहीं कोई साइंटिफिक लॉजिक नहीं है MBBS की पढ़ाई च भी ये दे हिसाब नाल भी ये गलत ने साइंटिफिकली अगे तुसीं आ गया भी ਉਹਦਾ प्रोटैक्शन जिहड़ी है मूँह च रखण दी तुसीं लसन रख लो मूँह च तुसीं लौंग रख लो तुसीं सुंड दी रसवार लै लो ये सारियां गल्लां जिहड़ियां ने तुहानूं प्रोटैक्ट करदियां ने क्योंकि तुहाडा वो सिस्टम पहला फस्ट लाइन ऑफ डिफेंस ही स्ट्रोंग हो गया ਤੁਹਾਨੂੰ पता बहुत सारे कंट्री ने जिन्हों के अंदर सर्दियों के अंदर लोग मूँह च लसन रख के बाहर निकलते हैं और तुम उत्थे जाओगे तो उत्थे लसन की स्मैल 4 सवेरे दिखेगी तुहानूं जिहड़ा बंदा नहीं आदी लसन की स्मैल बाहर नहीं निकल सकता सड़क पर जो तुम सबवे जाओगे या बस चढ़ोगे तो तुहानूं हर थां तो लसन की स्मैल आएगी जापान च भी मोस्ट लाइकली इदां करते हैं तो बहुत सारे कंट्री ने जिथे कल्चर है कि जे लसन की गट्ठी रख के आप तो लसन की गट्ठी मूँह च रखण झिझकदे हैं ना कि स्मैल आएगी तो उत्थे इहो जिहा कोई एजिटेशन नहीं है वो कहते भी ये बीमार होने नालों बैटर है तो वो लसन की स्मैल नूं माड़ा गिणदे भी नहीं है तो इस करके जिहड़ा वो तो तुसीं कहंदे फस्ट लाइन ऑफ डिफेंस वो भी बढ़ा सकते हैं दूजी गल जिहड़ी हैगी है कि इन्हां दा अजकल जिहड़ा ट्रेंड चल रहा है कि रेस्पिरेटरी वायरस दा टीकाकरण करवा लो जो टीकाकरण है ये भी बेतुका है क्योंकि जिस वायरस जिस हुण जिहड़ियां जुकाम वालियां वायरस ने फ्लू वालियां वायरस ने कोई एक वायरस है नहीं तो हंड्रड्स ऑफ वायरस जी फ्लू कर दी ने तुम एक के खिलाफ टीका बना भी लोगे फिर बाकी वायरस की करेंगे वो कोई नवी खड़ी हो जाएगी फिर म्यूटेशन बहुत कुछ कहना दी कि एक वायरस जी अज चल रही है वो 15 दिन बाद शक्ल ही बदल जानी है अगले सीजन तो बिल्कुल शक्ल बदल जानी है जब तुम टीका आना 2-3 साल लग जाते हैं वो तुहानूं कोई वायरस ही होर हुंदी है उही टीका लाई जाते हैं कोई अज तक फ्लू का टीका कामयाब नहीं होया अज तक नहीं होया ना प्रेजेंट वायरस का होया ना वो पुरानी फ्लू वायरस का कामयाब होया सी कदी एवं मतलब वो भी अनसाइंटिफिक है गल सो इस करके किसी भी इस किस्म की कोई एंटीवायरल खाने की लोड़ नहीं है कोई एंटी बैक्टीरियल खाने की लोड़ नहीं है एंटीबायोटिक खाने की लोड़ नहीं है कोई टीका लवाने की लोड़ नहीं है फ्लू च पर्टिकुलरली जो वायरल वो कोई तरीका कि अपने आप नूं तरीका जिन्ने तीव्र रोग ने चाहे तीव्र रोग ने चाहे क्रॉनिक रोग ने वैसे तो क्रॉनिक रोग भी सेम ही गल लागू होंदी है जे तुहाडा इम्यून सिस्टम स्ट्रोंग है प्रॉपरली ओरीएंटेड है यानी कि दिशा उन्होंने हैगी है उन्होंने पता भी मैं कित्थे की करना तो तुहानूं दुनिया की कोई बैक्टीरिया वायरस तुहाडा कुछ नहीं बिगाड़ सकते ठीक है ना कोई वायरस बैक्टीरिया नहीं बिगाड़ सकते जे तुहाडी बॉडी वीक है तो अज नहीं कल तुसीं उलझोगे क्योंकि उन्होंने कुदरत ने जिवें आपां पहलां गल करी सी कुदरत ने उन्होंने शिव का रोल दिता होया जे थोड़ी बॉडी वीक है तो उन्होंने मैसेज आएगा कि बंदा शिव शक्ति की दौड़ पैनी है कि बीमार हो रहा है ये कमज़ोर हो रहा है इन्हें मरना है हुण तो उन्होंने शिव शक्ति जी बीमारी बन जाती है शिव शक्ति मौत करने तो पहला बीमारी है एक इंटरमीडिएट स्टेज है जिथे शिव शक्ति का मैसेज जाना है बैक्टीरिया कि तेरी शिव शक्ति की लोड़ है इस बंदे नूं मिट्टी पानी हवा च मिलाउण वास्ते उस तो पहली एक स्टेज है बीमारी इसका मतलब उस बंदे का इम्यून सिस्टम वीक सीगा तां ही वो बीमार होया हुण बीमारी जिहड़ी है वो दो धारी है ये तो बीमारी थानू अगले एपीसोड लिए तगड़ा कर रही है उही जुकाम जिहड़ा मैनू बीमार कर रहा अज वो मैनू तंग कर रहा है वो 2 हफ्ते बाद वो मेरे लिए ढाल बन गया जिहड़ा पहला तलवार सी फिर वो ढाल बन गया तो इस करके तीव्र रोग जिहड़ा हुंदे हमेशा ये ढाल बन जाते बाद जे तुसीं उहदी मार च आके मारे गए जां कोई उलझ गए जां कोई बीमार हो ज़्यादा तो वो तुहाडी इम्यूनिटी का प्रॉब्लम है वो थोड़ी वीकनेस है नहीं तो हर तीव्र रोग तुहानूं भविख वास्ते तुहाडी ढाल बन जाता कोई भी तीव्र रोग आ जी एक बार तो तीव्र रोग तुसीं एक बार बीमार होंदे हो फिर वो बीमारी सालों तक फिर तुहानूं दोबारा नहीं हुंदी होएगी तो नवा कोई बैक्टीरिया वायरस करेगा सो इस करके इन्हां चीज़ों तो डरन की लोड़ नहीं हुंदी तीव्र रोगों तो पहली गल तो अपने आप को स्ट्रोंग रखो इम्यूनिटी अपना इम्यून सिस्टम भी इन्ना स्ट्रोंग रखो अपनी बॉडी में इन्ना स्ट्रोंग रखो अपनी बॉडी में इन्ना हेल्दी रखने च जनरल फंडा सेम ने हवा साफ सुथरी होनी चाहिए हवा पानी तो भोजन आहार प्रॉपर होना चाहिए थोड़ियाँ हैबिट्स प्रॉपर होनी चाहिए ने वो जो 5 आप गिनते हैं थंब जोड़े ने नेचुरली ठीक रहने दे वो भोजन सब तो उत्तम है फिर दुआ पौधे हैं फिर थोड़ा फिजिकल एक्सरसाइज है अपनी फिजिकल मसल बोन तगड़ा रखना चौथा माइंड मैनेजमेंट खुश रहना क्योंकि डिप्रैस्ड बंदा
ਡਿਪਰੈਸ਼ਨ 'ਚ ਜਦੋਂ ਬੰਦਾ ਹੁੰਦਾ ਹੈ, ਐਂਗਜ਼ਾਇਟੀ 'ਚ ਹੁੰਦਾ ਹੈ, ਤਣਾਅ 'ਚ ਹੁੰਦਾ ਹੈ, ਤਾਂ ਉਹਦੀ ਇਮਿਊਨਿਟੀ ਘੱਟ ਜਾਂਦੀ ਹੈ। ਮੂਮੈਂਟ ਤੁਸੀਂ ਅਨਹੈਪੀ ਹੋ, ਮੂਮੈਂਟ ਤੁਸੀਂ ਦੁੱਖ 'ਚ ਹੋ, ਤਾਂ ਤੁਹਾਡੀ ਇਮਿਊਨਿਟੀ ਘੱਟ ਜਾਏਗੀ। ਲੇਕਿਨ ਨੀਂਦ ਜਿਹੜੀ ਹੈ, ਪ੍ਰੋਪਰਲੀ ਪ੍ਰੋਪਰ ਸਲੀਪ, ਸੌਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਪ੍ਰੋਪਰਲੀ ਸਲੀਪ ਨਹੀਂ ਰਹੇ, ਤੁਹਾਡੀ ਇਮਿਊਨਿਟੀ ਘੱਟ ਜਾਏਗੀ ਨਾਲ ਦੀ ਨਾਲ। ਤੁਸੀਂ ਓਵਰ ਐਗਜ਼ਰਟ ਕਰ ਰਹੇ ਹੋ, ਤੁਹਾਡੀ ਇਮਿਊਨਿਟੀ ਘੱਟ ਜਾਏਗੀ। ਤੁਸੀਂ ਫਿਜ਼ੀਕਲੀ ਕੰਮ ਨਹੀਂ ਕਰ ਰਹੇ ਤਾਂ ਵੀ ਇਮਿਊਨਿਟੀ ਘੱਟ ਜਾਏਗੀ, ਜੇ ਤੁਸੀਂ ਵਿਹਲੇ ਪਏ ਹੋ। ਸੋ ਇਸ ਕਰਕੇ ਉਹ ਸਾਰਾ ਦਾ ਸਾਰਾ ਜਿਹੜਾ ਆਪਾਂ ਕਰਦੇ ਹਾਂ, ਪੰਜੇ ਥੰਮ ਜਿਹੜੇ ਨੇ ਉਹ ਲਾਗੂ ਅਗਰ ਕਰ ਲਈਏ ਆਪਾਂ, ਤਾਂ ਕੋਈ ਕਾਰਨ ਨਹੀਂ ਹੈਗਾ ਅਸੀਂ ਕਿਸੇ ਤੀਬਰ ਰੋਗ ਤੋਂ ਡਰੀਏ। ਸਾਨੂੰ ਤੀਬਰ ਰੋਗ ਪਹਿਲੀ ਗੱਲ ਤਾਂ ਆਏਗਾ ਨਹੀਂ, ਆਏਗਾ ਤਾਂ ਉਹ ਬਹੁਤ ਹੀ ਹਲਕੇ ਫੁਲਕੇ ਸਿੰਪਟਮ ਦੇ ਕੇ ਤੁਹਾਡੀ ਢਾਲ ਬਣ ਜਾਏਗਾ। ਇਸ ਕਰਕੇ ਤੀਬਰ ਰੋਗਾਂ ਤੋਂ ਬਹੁਤ ਹੀ ਡਰਨ ਦੀ ਲੋੜ ਨਹੀਂ ਹੁੰਦੀ। ਉਹਦੇ ਪਿੱਛੇ ਕਿਆ ਮਾਰਾਮਾਰੀ ਹੋ ਰਹੀ ਹੈ, ਕੋਈ ਮੱਛਰਾਂ ਦੇ ਮਗਰ ਪਿਆ ਹੋਇਆ ਹੈ, ਵੀ ਮੱਛਰ ਹੀ ਅਸੀਂ ਖਤਮ ਕਰ ਦੇਣੇ ਆ, ਉਹਨੂੰ ਕੋਈ ਜੈਨੇਟਿਕਲੀ ਮੋਡੀਫਾਈ ਕਰੀ ਜਾ ਰਿਹਾ। ਉਹ ਮੱਛਰ ਤਾਂ ਕੁਦਰਤ ਦਾ ਜੀਵ ਨੇ। ਮੱਛਰ ਨੇ ਥੋੜ੍ਹਾ ਡੇਂਗੂ ਫੈਲਾਉਣਾ, ਜਾਂ ਮੱਛਰ ਨੇ ਤਾਂ ਬਿਮਾਰੀ ਮਲੇਰੀਆ ਫੈਲਾਉਣਾ। ਮੱਛਰ ਤਾਂ ਹੀ ਮਲੇਰੀਆ ਫੈਲਾਏਗਾ ਜੇ ਬੰਦਿਆਂ ਨੂੰ ਮਲੇਰੀਆ ਹੋਏਗਾ ਤਾਂ। ਤੇ ਬੰਦਿਆਂ ਨੂੰ ਮਲੇਰੀਆ ਕਰਨਾ ਬੰਦ ਕਰ ਦਿਓ, ਮੱਛਰ ਫੈਲਾਉਣਾ ਬੰਦ ਕਰ ਦੇਗਾ। ਬੰਦਿਆਂ 'ਚ ਡੇਂਗੂ ਠੀਕ ਕਰ ਲਓ, ਬੰਦਿਆਂ ਦੀ ਇਮਿਊਨਿਟੀ ਠੀਕ ਕਰ ਲਓ। ਬੰਦੇ ਡੇਂਗੂ ਕਿਉਂ ਹੋ ਰਿਹਾ? ਕਿਉਂਕਿ ਬੰਦੇ ਉੱਥੇ ਪੂਲ ਹੈ, ਇਨਫੈਕਸ਼ਨ ਦਾ ਪੂਲ ਤਾਂ ਆਫਟਰ ਆਲ ਬੰਦੇ ਨੇ ਨਾ। ਇਨਸਾਨਾਂ ਤੋਂ ਹੀ ਇੱਕ ਇਨਸਾਨ ਦਾ ਖੂਨ ਪੀਤਾ, ਉਹਦੇ ਅੰਦਰ ਡੇਂਗੂ ਦੀ ਵਾਇਰਸ ਸੀ, ਦੂਜੇ ਨੂੰ ਦੇ ਦਿੱਤਾ। ਜੇ ਉਹਦਾ ਡੇਂਗੂ ਵਾਇਰਸ ਨਾ ਹੁੰਦੀ ਤਾਂ ਨਹੀਂ ਦਿੰਦਾ ਸੀਗਾ। ਸੋ ਇਸ ਕਰਕੇ ਮੱਛਰਾਂ ਨੂੰ ਮਾਰਨਾ ਜਾਂ ਕੀਟਾਣੂਆਂ ਨੂੰ ਮਾਰਨਾ ਜਾਂ ਐਂਟੀਬਾਇਓਟਿਕ ਦੇਣਾ ਜਾਂ ਐਂਟੀਵਾਇਰਲ ਦੇਣਾ ਜਾਂ ਵੈਕਸੀਨੇਸ਼ਨ ਦੇਣਾ, ਇਹ ਕੋਈ ਸੋਲਿਊਸ਼ਨ ਨਹੀਂ ਹੈ। ਸੋਲਿਊਸ਼ਨ ਇੱਕੋ ਹੀ ਹੈ, ਇੱਕੋ ਹੱਲ ਹੈ ਕਿ ਆਪਣੀ ਬਾਡੀ ਨੂੰ ਤੰਦਰੁਸਤ ਰੱਖਣਾ। ਪੋਜ਼ੀਟਿਵ ਹੈਲਥ, ਅੰਗਰੇਜ਼ੀ ਅਸੀਂ ਕਹਿੰਦੇ ਪੋਜ਼ੀਟਿਵ ਹੈਲਥ। ਜੇ ਤੁਸੀਂ ਪੋਜ਼ੀਟਿਵ ਹੈਲਥ 'ਚੋਂ, ਯਾਨੀ ਕਿ ਤੁਹਾਡਾ ਬਿਮਾਰੀ ਇੱਕ ਸਟੇਜ ਹੁੰਦੀ ਜਿੱਥੋਂ ਥੱਲੇ ਬਿਮਾਰੀ ਲੱਗਦੀ ਹੈ, ਜੇ ਤੁਸੀਂ ਉਸ ਤੋਂ ਉੱਪਰ ਹੋ, 19-21 ਦਾ ਰਿਸ਼ਤਾ ਹੁੰਦਾ ਸਾਡਾ। ਜੇ ਤੁਸੀਂ 21 ਹੋ ਤਾਂ ਤੁਹਾਡੇ ਕੀਟਾਣੂ 19 ਰਹਿ ਜਾਣਗੇ, ਤੁਹਾਨੂੰ ਬਿਮਾਰ ਨਹੀਂ ਕਰ ਸਕਦੇ ਜਾਂ ਹਲਕਾ ਫੁਲਕਾ ਬਿਮਾਰ ਕਰਨਗੇ। ਜੇ ਤੁਸੀਂ 19 ਹੋ ਗਏ ਅਤੇ ਤੁਹਾਡੇ ਕੀਟਾਣੂ 21 ਹੋ ਗਏ, ਤਾਂ ਫਿਰ ਤੁਸੀਂ ਇੰਨਾ ਹੀ ਫਰਕ ਹੁੰਦਾ ਬਸ। ਇਸ ਕਰਕੇ ਤੀਬਰ ਰੋਗਾਂ ਤੋਂ ਡਰਨ ਦੀ ਲੋੜ ਨਹੀਂ ਹੁੰਦੀ। ਤੀਬਰ ਰੋਗ ਬਹੁਤ ਹੀ ਵੰਡਰਫੁਲ ਤੁਹਾਡੇ ਜਿਹਨੂੰ ਕਹਿੰਦੇ ਹਥਿਆਰ ਨੇ ਕੁਦਰਤ ਦੇ, ਤੁਹਾਨੂੰ ਅਡੈਪਟ ਕਰਨ ਦੇ, ਅਡੈਪਟੇਸ਼ਨ ਦੇ। ਔਰ ਉਹ ਵਾਇਰਸ ਬੈਕਟੀਰੀਆ ਜਿਹੜੇ ਨੇ ਜਿਹਨਾਂ ਨਾਲ ਤੁਸੀਂ ਡਰਦੇ ਆ, ਉਹ ਵਾਇਰਸ ਬੈਕਟੀਰੀਆ ਸਾਡੇ ਦੋਸਤ ਨੇ। ਸਾਨੂੰ 50 ਤਰ੍ਹਾਂ ਨਾਲ ਸਾਡੇ ਬ੍ਰਹਮਾ ਨੇ, ਵਿਸ਼ਨੂੰ ਨੇ, ਮਹੇਸ਼ ਨੇ। ਸੋ ਉਹਨਾਂ ਪ੍ਰਤੀ ਬਹੁਤ ਹੀ ਆਦਰ ਸਤਿਕਾਰ ਰੱਖਣਾ ਜ਼ਰੂਰੀ ਹੈ। ਅਤੇ ਇਸ ਕਰਕੇ ਮਾਰਾਮਾਰੀ ਵਾਲਾ ਜਿਹੜਾ ਮੈਡੀਕਲ ਸਾਇੰਸ ਹੈ, ਉਹ ਬਾਈ ਐਂਡ ਲਾਰਜ ਆਪਾਂ ਨੂੰ ਅਵੋਇਡ ਕਰਨੀ ਚਾਹੀਦੀ ਹੈ। ਉਦੋਂ ਹੀ ਵਰਤਣੀ ਚਾਹੀਦੀ ਜਦੋਂ ਕੋਈ ਬਾਹਲੀ ਐਮਰਜੈਂਸੀ ਹੋਵੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਔਰ ਪੂਰੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਤੀਬਰ ਰੋਗਾਂ ਦੇ ਵਿੱਚ ਕੀ ਕਰਨਾ ਚਾਹੀਦਾ ਹੈ, ਕਿਵੇਂ ਤੀਬਰ ਰੋਗ ਬਾਡੀ ਦੇ ਅੰਦਰ ਆਉਂਦੇ ਨੇ, ਕੀ ਕਰਨ ਲਈ ਆਉਂਦੇ ਨੇ, ਕੀ ਮਕਸਦ ਹੁੰਦਾ ਤੀਬਰ ਰੋਗਾਂ ਦਾ, ਬਾਡੀ ਉਹਨਾਂ ਨੂੰ ਕਿਸ ਤਰ੍ਹਾਂ ਅੱਗੇ ਲੈ ਰਹੀ ਹੁੰਦੀ ਹੈ, ਤੀਬਰ ਰੋਗਾਂ ਦੇ ਵਿੱਚ ਬਾਡੀ ਕਿਸ ਤਰ੍ਹਾਂ ਹੀਲ ਕਰ ਰਹੀ ਹੁੰਦੀ ਹੈ, ਠੀਕ ਕਰ ਰਹੀ ਹੁੰਦੀ ਹੈ, ਅਤੇ ਅਸੀਂ ਉਹਦੇ ਵਿੱਚ ਕੀ ਪੰਗਾ ਲੈ ਕੇ ਅਤੇ ਕੀ ਅੱਗੇ ਉਹਨੂੰ ਕਿੱਦਾਂ ਵਿਗਾੜ ਲੈਂਦੇ ਹਾਂ, ਅਤੇ ਅਸਲ ਦੇ ਵਿੱਚ ਕੀ ਕਰਨ ਦੀ ਲੋੜ ਹੁੰਦੀ ਹੈ, ਉਹ ਸਾਰਾ ਅੱਜ ਵਿਸਥਾਰ ਦੇ ਨਾਲ ਤੁਹਾਡੇ ਸਾਹਮਣੇ ਰੱਖ ਦਿੱਤਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਕਿਉਂਕਿ ਇਸ ਜਾਣਕਾਰੀ ਨੂੰ ਘਰ ਘਰ ਪਹੁੰਚਾਉਣ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਇਹ ਜਾਣਕਾਰੀ ਇੱਕ ਅਜਿਹੀ ਜਾਣਕਾਰੀ ਹੈ ਜਿਹੜੀ ਸਾਡੀ ਲਾਇਬ੍ਰੇਰੀ 'ਚ ਪਈ ਹੋਣੀ ਜ਼ਰੂਰੀ ਹੈ, ਤਾਂ ਕਿ ਜਦੋਂ ਵੀ ਕਿਸੇ ਨੂੰ ਕੋਈ ਤੀਬਰ ਰੋਗ ਹੁੰਦਾ ਤਾਂ ਅਸੀਂ ਇਸ ਵੀਡੀਓ ਨੂੰ ਚਲਾ ਕੇ ਦੇਖ ਸਕਦੇ ਹਾਂ, ਉਹਦੇ ਵਿੱਚੋਂ ਅਸੀਂ ਹੱਲ ਕੱਢ ਸਕਦੇ ਹਾਂ, ਅਤੇ ਘਰ ਬੈਠੇ ਹੀ ਅਸੀਂ ਆਪਣੇ ਤੀਬਰ ਰੋਗਾਂ ਨੂੰ ਠੀਕ ਕਰ ਸਕਦੇ ਹਾਂ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।